ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਆਪਾਂ 10ਵੀਂ ਅਸ਼ਟਪਦੀ ਦੀ ਕਥਾ ਕਰ ਰਹੇ ਹਾਂ। ਕੱਲ੍ਹ 10ਵੀਂ ਅਸ਼ਟਪਦੀ ਦੇ 7 ਬੰਦ ਹੋ ਗਏ ਸਨ। ਅੱਜ ਅਖੀਰਲਾ ਬੰਦ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਕਰੋੜਾਂ ਹੀ ਪਰਮਾਤਮਾ ਦੇ ਦਾਸ ਹੋਏ ਨੇ। ਤਿੰਨ ਹੋਵਤ ਆਤਮ ਪ੍ਰਗਾਸ, ਜਿਹੜਾ ਫਿਰ ਪਰਮਾਤਮਾ ਦਾ ਦਾਸ ਹੋ ਜਾਂਦਾ ਹੈ। ਇੱਕ ਦਾਸ ਹੁੰਦਾ ਹੈ, ਇੱਕ ਨੌਕਰ ਹੁੰਦਾ ਹੈ। ਦੋਨਾਂ 'ਚ ਫਰਕ ਹੈ। ਨੌਕਰ ਕਦੇ ਵੀ ਨੌਕਰੀ ਛੱਡ ਕੇ ਜਾ ਸਕਦਾ ਹੈ, ਪਰ ਜਿਹੜਾ ਦਾਸ ਹੁੰਦਾ ਉਹ ਮਾਲਕ ਦੀ ਮਰਜ਼ੀ ਤੋਂ ਬਿਨਾਂ ਹੋਰ ਕੁਛ ਨਹੀਂ ਕਰਦਾ। ਉਹ ਮਾਲਕ ਦਾ ਹੀ ਬਣ ਕੇ ਰਹਿੰਦਾ। ਇਸ ਲਈ ਜਿਹੜੇ ਪਰਮਾਤਮਾ ਦੇ ਦਾਸ ਹੁੰਦੇ ਨੇ, ਤਿੰਨ ਹੋਵਤ ਆਤਮ ਪ੍ਰਗਾਸ, ਉਹਨਾਂ ਦੀ ਆਤਮਾ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਰੱਬੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਕਈ ਕੋੜ ਤਤ ਕੇ ਬੇਤੇ, ਤਤ ਬੇਤੇ ਮਹਾਂਪੁਰਖ ਹੁੰਦੇ ਨੇ ਜਿਹੜੇ ਪਰਮਾਤਮਾ ਨੂੰ ਜਾਣ ਲੈਂਦੇ ਨੇ। ਬੇਤੇ ਮੈਨੇ ਜਾਣੂ, ਤਤ ਪਰਮਾਤਮਾ। ਕਰੋੜਾਂ ਹੀ ਅਜਿਹੇ ਨੇ ਜਿਹੜੇ ਬ੍ਰਹਮ ਗਿਆਨੀ ਹੋਏ ਨੇ। ਤਤ ਬੇਤੇ ਬ੍ਰਹਮ ਗਿਆਨੀ ਨੂੰ ਕਹਿੰਦੇ, ਬ੍ਰਹਮ ਪਰਮਾਤਮਾ ਨੂੰ ਕਹਿੰਦੇ ਨੇ। ਗਿਆਨੀ ਜਿਹੜਾ ਪਰਮਾਤਮਾ, ਜਿਹਦਾ ਪਰਮਾਤਮਾ ਗਿਆਨ ਹੈ, ਜਿਸ ਨੂੰ ਬੇਤਾ ਵੀ ਉਹੀ ਹੁੰਦਾ, ਜਾਣੂ। ਕਰੋੜਾਂ ਹੀ ਤਤ ਕੇ ਬੇਤੇ ਪਾਸ, ਕਰੋੜਾਂ ਹੀ ਬ੍ਰਹਮ ਗਿਆਨੀ ਹਨ। ਸਦਾ ਨਿਹਾਰੈ ਏਕੋ ਨੇਤਰੇ, ਨਿਹਾਰੈ ਵੇਖਦੇ ਹਨ। ਉਹ ਸਾਰਿਆਂ ਨੂੰ ਸਦਾ ਇੱਕੋ ਅੱਖ ਨਾਲ ਵੇਖਦੇ ਹਨ। ਭਾਵ ਸਾਰਿਆਂ ਨੂੰ ਇੱਕ ਸਾਰ ਸਮਝਦੇ ਨੇ। ਕਿਸੇ ਨੂੰ ਆਪਣਾ ਜਾਂ ਬੇਗਾਨਾ ਨਹੀਂ ਸਮਝਦੇ। ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਸਮਝਦੇ। ਉਹ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਵੇਖਦੇ ਹਨ। ਕਈ ਕੋਟ ਨਾਮ ਰਸ ਪੀਵੇਂ, ਕਈ ਕਰੋੜ ਨਾਮ ਰਸ ਪੀਂਦੇ ਨੇ। ਆਪਾਂ ਨੂੰ ਤਾਂ ਜੇ ਨਾਮ ਰਸ ਆਇਆ ਨਹੀਂ ਹੈ, ਇਸ ਕਰਕੇ ਆਪਾਂ ਨੂੰ ਅਜੇ ਪਤਾ ਨਹੀਂ ਨਾਮ ਰਸ ਕੀ ਹੁੰਦਾ। ਕੋਈ ਵੀ ਕੰਮ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ, ਹੌਲੀ ਹੌਲੀ ਉਹ ਕੰਮ ਆਸਾਨ ਹੋ ਜਾਂਦਾ। ਜਦੋਂ ਕੰਮ ਸੌਖਾ ਹੁੰਦਾ, ਫਿਰ ਉਹਦੇ ਵਿੱਚ ਰੁਚੀ ਪੈਦਾ ਹੋ ਜਾਂਦੀ ਹੈ। ਔਖੇ ਕੰਮ ਦੇ ਵਿੱਚ ਬੰਦੇ ਦੀ ਰੁਚੀ ਨਹੀਂ ਹੁੰਦੀ। ਜੇ ਸ਼ੁਰੂ ਨਾਮ ਜਪਣਾ, ਬਾਣੀ ਪੜ੍ਹਨਾ, ਇਹ ਔਖਾ ਲੱਗਦਾ ਹੈ, ਇਹ 'ਚ ਬੰਦੇ ਦੀ ਰੁਚੀ ਨਹੀਂ ਹੁੰਦੀ। ਪਰ ਜਦੋਂ ਲੱਗਾ ਰਹਿੰਦਾ ਹੈ, ਫਿਰ ਹੌਲੀ ਹੌਲੀ ਇਸ ਦੇ ਉੱਤੇ ਰੁਚੀ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਅਸੀਂ ਨਾਮ ਜਪਦੇ ਰਹਿੰਦੇ ਹਾਂ, ਜਪਦੇ ਰਹਿੰਦੇ ਹਾਂ, ਜਪਦੇ ਰਹਿੰਦੇ ਹਾਂ, ਫਿਰ ਸਾਨੂੰ ਨਾਮ ਰਸ ਆਉਣ ਲੱਗ ਜਾਂਦਾ। ਭਾਵ ਨਾਮ ਜਪਣ ਨੂੰ ਫਿਰ ਜੀਅ ਕਰਦਾ ਰਹਿੰਦਾ। ਨਾਮ ਜਪਣ ਦੇ ਵਿੱਚ ਸਾਨੂੰ ਸੁੱਖ, ਸ਼ਾਂਤੀ, ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਅਸੀਂ ਨਾਮ ਰਸ ਪੀਂਦੇ ਹਾਂ। ਜਿਹੜੇ ਫਿਰ ਨਾਮ ਰਸ ਪੀਂਦੇ ਨਾ, ਅਮਰ ਭਏ ਸਦ ਸਦ ਹੀ ਜੀਵੇਂ, ਉਹ ਅਮਰ ਹੋ ਜਾਂਦੇ ਹਨ। ਮਰਨਾ ਹੁੰਦਾ ਅਮਰ, ਮੌਤ ਤੋਂ ਰਹਿਤ। ਉਹ ਅਮਰ ਹੋ ਜਾਂਦੇ ਨੇ। ਸਦ ਸਦ ਹੀ ਜੀਵੇਂ, ਅਤੇ ਸਦਾ ਸਦਾ ਲਈ ਜਿਉਂਦੇ ਹਨ, ਕਿਉਂਕਿ ਉਹਨਾਂ ਦਾ ਜੰਮਣ ਮਰਨ ਹੀ ਖਤਮ ਹੋ ਜਾਂਦਾ ਹੈ। ਕਈ ਕੋਟ ਨਾਮ ਗੁਣ ਗਾਵੇਂ, ਕਰੋੜਾਂ ਹੀ ਐਸੇ ਜੀਵ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਉਹਦੇ ਗੁਣ ਗਾਉਂਦੇ ਨੇ। ਗਾਵੈ ਇੱਕ ਵਚਨ ਹੁੰਦਾ, ਗਾਵੈ ਬਹੁਵਚਨ ਹੁੰਦਾ। ਜਿਹੜੀ ਕਿਰਿਆ ਇੱਕ ਵਚਨ ਹੁੰਦੀ ਹੈ, ਉਹ ਨੱਕ ਤੋਂ ਬਿਨਾਂ ਪੜ੍ਹੀ ਜਾਂਦੀ ਹੈ। ਜਿਹੜੀ ਕਿਰਿਆ ਬਹੁਵਚਨ ਹੁੰਦੀ ਹੈ, ਉਹ ਨੱਕ ਨਹੀਂ ਬੋਲੀ ਜਾਂਦੀ। ਗਾਵੈ ਗਾਉਂਦੇ ਹਨ। ਜੇ ਬੋਲਾਂਗੇ ਗਾਵੈ, ਉਹਦਾ ਮਤਲਬ ਗਾਉਂਦਾ ਹੈ। ਗਾਵੈ ਗਾਉਂਦੇ ਹਨ। ਜੇ ਪਹਿਲਾਂ ਸੀ ਸਦ ਸਦ ਹੀ ਜੀਵੇਂ, ਜਿਉਂਦੇ ਹਨ। ਕਈ ਕੋਟ ਨਾਮ ਗੁਣ ਗਾਵੇਂ, ਕਈ ਕਰੋੜ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਉਹਦੇ ਗੁਣ ਗਾਉਂਦੇ ਹਨ।
ਆਤਮ ਰਸ ਸੁਖ ਸਹਿਜ ਸਮਾਵੇਂ। ਫਿਰ ਉਹਨਾਂ ਨੂੰ ਆਤਮਿਕ ਰਸ ਪ੍ਰਾਪਤ ਹੁੰਦਾ, ਨਾਮ ਰਸ ਜਿਹਨੂੰ ਕਹਿੰਦੇ। ਫਿਰ ਮਨੁੱਖ ਸੁੱਖ ਦੇ ਵਿੱਚ ਸਹਿਜੇ ਹੀ ਲੀਨ ਹੋ ਜਾਂਦਾ ਹੈ, ਉਹਨੂੰ ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੇ ਜਨ ਕੋ ਸਾਸ ਸਾਸ ਸਮਾਰੇ। ਇਹ ਸਮਾਰੇ ਨਹੀਂ ਪੜ੍ਹਨਾ, ਮੰਮੇ ਦੇ ਪੈਰ 'ਚ ਅੱਧਾ ਹਾਹਾ ਲਾ ਕੇ ਪੜ੍ਹਨਾ। ਸਮਾਰੇ ਹੁੰਦਾ ਯਾਦ ਕਰਦਾ ਹੈ। ਆਪਣੇ ਜਨ ਕੋ ਸਾਸ ਸਾਸ ਸਮਾਰੇ। ਪਰਮਾਤਮਾ ਆਪਣੇ ਸੇਵਕ ਨੂੰ ਸਵਾਸ ਸਵਾਸ ਸੰਭਾਲਦਾ ਹੈ, ਭਾਵ ਆਪਣੇ ਸੇਵਕ ਦਾ ਹਰ ਵਕਤ ਖਿਆਲ ਰੱਖਦਾ ਹੈ। ਜਿਉਂ ਜਿਉਂ ਅਸੀਂ ਨਾਮ ਜਪੀ ਜਾਵਾਂਗੇ ਤਿਉਂ ਤਾਂ ਪਰਮਾਤਮਾ ਸਾਡਾ ਖਿਆਲ ਰੱਖਣਾ ਸ਼ੁਰੂ ਕਰ ਦੇਗਾ। ਜਿਵੇਂ ਜਿਸ ਬੱਚੇ ਦਾ ਮਾਂ ਪਿਓ ਖਿਆਲ ਰੱਖਦੇ ਨੇ ਉਸ ਬੱਚੇ ਨੂੰ ਮੌਜ ਹੈ। ਇਸ ਤਰ੍ਹਾਂ ਫਿਰ ਜਿਹਦਾ ਪਰਮਾਤਮਾ ਖਿਆਲ ਰੱਖਦਾ ਹੈ ਉਹ ਫਿਰ ਆਨੰਦ 'ਚ ਰਹਿੰਦਾ ਹੈ। ਪਰਮਾਤਮਾ ਆਪਣੇ ਜਨ ਆਪਣੇ ਸੇਵਕਾਂ ਦੇ ਸਵਾਸ ਸਵਾਸ ਸੰਭਾਲ ਕਰਦਾ, ਯਾਦ ਰੱਖਦਾ। ਫਿਰ ਜਿਨ੍ਹਾਂ ਨੂੰ ਸਵਾਸ ਸਵਾਸ ਪਰਮਾਤਮਾ ਯਾਦ ਰੱਖਦਾ ਨਾ, ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਇਹਨੂੰ ਪਰਮੇਸ਼ਰ ਨਹੀਂ ਪੜ੍ਹਨਾ, ਪਰਮੇਸ਼ਰ ਉਦੋਂ ਬੋਲਣਾ ਜਦੋਂ ਸੱਸੇ ਨੂੰ ਔਂਕੜ ਨਾ ਹੋਵੇ ਅਤੇ ਰਾਰੇ ਨੂੰ ਹੋਵੇ। ਜਦੋਂ ਸੱਸੇ ਨੂੰ ਔਂਕੜ ਨਾ ਹੋਵੇ, ਇਹਦੀ ਥਾਂ 'ਤੇ ਰਾਰੇ ਨੂੰ ਜਾ ਕੇ ਹੋਵੇ, ਫਿਰ ਪੜ੍ਹਨਾ ਪਰਮੇਸ਼ਰ। ਜੇ ਸੱਸੇ ਨੂੰ ਔਂਕੜ ਹੈ, ਕਿਉਂਕਿ ਅੱਖਰ ਦੇ ਵਿੱਚ ਜੋ ਵੀ ਲਗ ਮਾਤਰ ਆ ਜਾਂਦੀ ਹੈ ਉਹ ਪੜ੍ਹੀ ਜਾਂਦੀ ਹੈ। ਅਖੀਰਲੀ ਲਗ ਮਾਤਰ ਤਾਂ ਨਿਯਮ ਅਨੁਸਾਰ ਪੜ੍ਹੀ ਜਾਂਦੀ, ਕਿਤੇ ਬੋਲਦੀ ਕਿਤੇ ਨਹੀਂ ਬੋਲਦੀ। ਪਰ ਜਿਹੜੀ ਵਿੱਚ ਆ ਜਾਂਦਾ ਕੋਈ ਲਗ ਮਾਤਰ, ਜਿਵੇਂ ਹੁਣ ਪਰਮੇਸ਼ਵਰ ਦੇ ਵਿੱਚ ਰਾਰੇ ਤੋਂ ਪਹਿਲਾਂ ਸੱਸਾ ਹੈ, ਪਰਮੇਸ਼ਰ ਸ਼ਬਦ ਦੇ ਵਿੱਚ ਜਿਹੜਾ ਸੱਸਾ ਆ ਗਿਆ, ਔਂਕੜ ਹੇਠ ਆ ਗਿਆ, ਉਹ ਬੋਲਣਾ। ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਉਹ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਜਿਹੜੇ ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਦੇ। ਕਿਉਂਕਿ ਜਿਹੜਾ ਪਿਆਰ ਹੈ ਉਹ ਇੱਕ ਸਾਈਡਡ ਨਹੀਂ ਹੁੰਦਾ, ਵਨ ਸਾਈਡਡ ਨਹੀਂ ਹੁੰਦਾ, ਟੂ ਸਾਈਡਡ ਹੁੰਦਾ। ਮੋਹ ਜਿਹੜਾ ਹੈ ਇੱਕ ਪਾਸੜ ਹੁੰਦਾ। ਕਈ ਵਾਰੀ ਮਾਂ ਪਿਓ ਬੱਚੇ ਨੂੰ ਮੋਹ ਕਰਦੇ ਨੇ, ਬੱਚੇ ਦਾ ਮਾਂ ਪਿਓ ਕੋਈ ਮੋਹ ਨਹੀਂ ਹੁੰਦਾ, ਉਹਦਾ ਕੋਈ ਮੋਹ ਨਹੀਂ ਹੁੰਦਾ। ਪਰ ਪਿਆਰ ਜਿਹੜਾ ਹੈ ਇੱਕ ਪਿਆਰ ਕਰਦਾ, ਦੂਜਾ ਵੀ ਕਰਦਾ। ਪਿਆਰ ਹਮੇਸ਼ਾ ਦਵੱਲੀ ਹੁੰਦਾ। ਜਿਹੜਾ ਸੇਵਕ ਹੈ, ਭਗਤ ਹੈ, ਪਰਮਾਤਮਾ ਨੂੰ ਪਿਆਰ ਕਰਦਾ, ਪਰਮਾਤਮਾ ਉਸ ਨੂੰ ਪਿਆਰ ਕਰਦਾ ਹੈ। ਜਿੱਥੇ ਮੋਹ ਹੈ, ਹੋ ਸਕਦਾ ਪਰਮਾਤਮਾ ਸਾਨੂੰ ਪਿਆਰ ਕਰਦਾ, ਸਾਡਾ ਉਹਦੇ ਨਾਲ ਪਿਆਰ ਹੀ ਨਾ ਹੋਵੇ। ਇਹ ਮੋਹ ਦੀ ਨਿਸ਼ਾਨੀ ਹੁੰਦੀ। ਮੋਹ ਕਈ ਵਾਰੀ ਇੱਕ ਪਾਸੜ ਹੁੰਦਾ, ਪਿਆਰ ਦੁਪਾਸੜ ਹੁੰਦਾ ਹੈ। ਇਸ ਲਈ ਪਰਮਾਤਮਾ ਨੂੰ ਮੋਹ 'ਤੇ ਕੀਤਾ ਹੀ ਨਹੀਂ ਜਾ ਸਕਦਾ। ਮੋਹ 'ਤੇ ਜਿਹੜੀ ਚੀਜ਼ ਦਿਸ ਰਹੀ ਅੱਖਾਂ ਨਾਲ, ਉਹਦੇ ਨਾਲ ਹੋ ਸਕਦਾ। ਜਿਹੜੀ ਚੀਜ਼ ਅੱਖਾਂ ਨਾਲ ਦਿਸ ਹੀ ਨਹੀਂ ਰਹੀ, ਉਹਦੇ ਨਾਲ ਮੋਹ ਨਹੀਂ ਹੋ ਸਕਦਾ, ਉਹਦੇ ਨਾਲ ਪਿਆਰ ਹੀ ਹੁੰਦਾ ਹੈ। ਇਸ ਲਈ ਜਿਹੜੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਦੀ ਸੰਭਾਲ ਕਰਦਾ ਹੈ ਅਤੇ ਉਹ ਪਰਮਾਤਮਾ ਦੇ ਪਿਆਰੇ ਹੁੰਦੇ ਹਨ। ਇੱਥੇ 10ਵੀਂ ਅਸ਼ਟਪਦੀ ਸਮਾਪਤ ਹੋ ਗਈ ਹੈ। ਹੁਣ 11ਵੀਂ ਅਸ਼ਟਪਦੀ ਸ਼ੁਰੂ ਹੋਣ ਲੱਗੀ ਹੈ। ਹਰ ਇੱਕ ਅਸ਼ਟਪਦੀ ਦੇ ਆਰੰਭ 'ਚ ਸ਼ਲੋਕ ਹੁੰਦਾ। ਸ਼ਲੋਕ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ ਹੈ। ਸ਼ਲੋਕ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਕਰਨ ਕਾਰਨ, ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਪਰਮਾਤਮਾ ਹੈ। ਦੂਸਰ ਨਾਹੀ ਕੋਇ, ਪਰਮਾਤਮਾ ਤੋਂ ਬਿਨਾਂ ਹੋਰ ਦੂਸਰਾ ਕੋਈ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਨਹੀਂ ਹੈ। ਕਿਸੇ ਸਾਇੰਸਦਾਨ ਨੇ ਅੱਜ ਤੱਕ ਕੋਈ ਚੰਨ ਨਹੀਂ ਬਣਾਇਆ, ਕੋਈ ਨਵਾਂ, ਕੋਈ ਸੂਰਜ ਨਹੀਂ ਬਣਾਇਆ, ਕੋਈ ਤਾਰੇ ਨਹੀਂ ਬਣਾਏ, ਇੱਥੋਂ ਤੱਕ ਕਿ ਕੋਈ ਪਹਾੜ ਨਹੀਂ ਬਣਾਇਆ, ਕੋਈ ਦਰਿਆ ਨਹੀਂ ਬਣਾਇਆ। ਅਸੀਂ ਨਦੀਆਂ ਤੇ ਬਣਾ ਲੈਣਾ, ਦਰਿਆ ਨਹੀਂ ਬਣਾ ਸਕਦੇ। ਜਿਵੇਂ ਅਸੀਂ ਦਰਖਤ ਲਾ ਸਕਦੇ ਹਾਂ, ਪਰ ਅਸੀਂ ਜੰਗਲ ਨਹੀਂ ਉਗਾ ਸਕਦੇ। ਜੰਗਲ ਕੁਦਰਤ ਵੱਲੋਂ ਹੁੰਦੇ ਨੇ। ਆਪਾਂ ਭਾਵੇਂ ਕਿੰਨੇ ਸੰਘਣੇ ਦਰਖਤ ਕਿਉਂ ਨਾ ਲਾ ਲਈਏ, ਕਦੇ ਵੀ ਉਹਨੂੰ ਜੰਗਲ ਨਹੀਂ ਕੋਈ ਕਹੇਗਾ। ਜੰਗਲ ਕੁਦਰਤ ਵੱਲੋਂ ਹੁੰਦੇ ਨੇ। ਹਾਂ, ਦਰਖਤ ਅਸੀਂ ਲਾ ਸਕਦੇ।
ਪਹਾੜ ਕੁਦਰਤ ਵੱਲੋਂ ਨੇ, ਅਸੀਂ ਪਹਾੜ ਨਹੀਂ ਬਣਾ ਸਕਦੇ। ਸਮੁੰਦਰ ਕੁਦਰਤ ਵੱਲੋਂ ਹੈ, ਅਸੀਂ ਕੋਈ ਸਮੁੰਦਰ ਨਵਾਂ ਨਹੀਂ ਬਣਾ ਸਕਦੇ। ਦਰਿਆ ਵੀ ਕੁਦਰਤ ਵੱਲੋਂ ਹੁੰਦੇ ਨੇ, ਅਸੀਂ ਕੋਈ ਨਵਾਂ ਦਰਿਆ ਨਹੀਂ ਬਣਾ ਸਕਦੇ। ਹਾਂ, ਨਹਿਰ ਉਸ ਵਿੱਚੋਂ ਕੱਢ ਸਕਦੇ, ਨਹਿਰਾਂ 'ਤੇ ਕੱਢ ਸਕਦੇ। ਇਸ ਲਈ ਇਹ ਜਿਹੜੀ ਸ੍ਰਿਸ਼ਟੀ ਬਣਾਈ ਹੈ, ਇਹ ਤਾਂ ਉਹੀ ਪਰਮਾਤਮਾ ਜਿਹੜਾ ਕਰਨ ਕਰਾਉਣ ਦੇ ਯੋਗ ਹੁੰਦਾ, ਯੋਗ ਸਮਰੱਥ ਪਰਮਾਤਮਾ ਕਰਨ ਕਰਾਵਨ ਕਰਨਾ ਯੋਗ। ਉੱਪਰ ਸੀ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਕਰਨ ਕਰਾਉਣ ਵਾਲਾ ਭਾਵ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਪਰਮਾਤਮਾ ਹੈ, ਹੋਰ ਕੋਈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਦੂਜਾ ਨਹੀਂ ਹੈ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਲ ਸੋਏ। ਮੈਂ ਉਸ ਪਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ। ਜਲ ਲੱਲੇ ਨੂੰ ਸਹਿਰੇ ਪਾਣੀ ਵਿੱਚ, ਜਿਹੜਾ ਪਾਣੀ 'ਚ ਵੀ ਹੈ, ਥਲ ਜਿਹੜਾ ਧਰਤੀ 'ਤੇ ਵੀ ਹੈ, ਮਹੀਲ ਜਿਹਨੂੰ ਇੰਗਲਿਸ਼ ਕਹਿੰਦੇ ਸਪੇਸ, ਧਰਤੀ ਤੋਂ ਲੈ ਕੇ ਆਕਾਸ਼ ਤੱਕ ਜਿਹੜੀ ਖਾਲੀ ਥਾਂ ਇਹਨੂੰ ਕਹਿੰਦੇ ਨੇ ਮਹੀਲ, ਭਾਵ ਆਕਾਸ਼। ਪਰਮਾਤਮਾ ਪਾਣੀ 'ਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ ਵਿੱਚ ਵੀ ਹੈ। ਮੈਂ ਇਹੋ ਜਿਹੇ ਪਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ। ਅੱਗੇ ਹੈ ਅਸ਼ਟਪਦੀ। ਕਰਨ ਕਰਾਵਨ ਕਰਨਾ ਯੋਗ। ਯੋਗ ਹੁੰਦਾ ਸਮਰੱਥ। ਪਰਮਾਤਮਾ ਕਰਨ ਅਤੇ ਕਰਾਉਣ ਦੇ ਸਮਰੱਥ ਹੈ। ਜੋ ਮਰਜ਼ੀ ਕਰ ਸਕਦਾ ਹੈ ਅਤੇ ਜੋ ਮਰਜ਼ੀ ਕਿਸੇ ਤੋਂ ਕਰਵਾ ਸਕਦਾ ਹੈ। ਜਦੋਂ ਪਰਮਾਤਮਾ ਨੇ ਕਿਸੇ ਤੋਂ ਕੁਝ ਕਰਵਾਉਣਾ, ਫਿਰ ਆਪਣੀ ਸਮਰੱਥਾ ਉਸ ਨੂੰ ਦਿੰਦਾ ਹੈ, ਆਪਣੇ ਨੂੰ ਸਮਰੱਥਾ ਦਿੰਦਾ। ਪਰਮਾਤਮਾ ਨੇ ਭਾਈ ਮਨੀ ਸਿੰਘ ਤੋਂ ਬੰਦ ਕਟਵਾਉਣ ਦੀ ਸੇਵਾ ਲੈਣੀ ਸੀ, ਫਿਰ ਪਰਮਾਤਮਾ ਨੂੰ ਸਮਰੱਥਾ ਦਿੱਤੀ। ਪਰਮਾਤਮਾ ਨੇ ਸਮਰੱਥਾ ਦਿੱਤੀ, ਉਹਨਾਂ ਬੰਦ ਕਟਾਲੇ ਡੋਲੇ ਨਹੀਂ ਹੈਗੇ। ਕਿਉਂ? ਉਹ ਜੋ ਕਰਾਉਣਾ ਚਾਹੁੰਦਾ ਹੈ ਉਹ ਕਰਵਾ ਲੈਂਦਾ ਹੈ। ਕਰਵਾਉਣ ਲਈ ਫਿਰ ਉਹਨੂੰ ਸਮਰੱਥਾ ਵੀ ਦੇਣੀ ਪੈਂਦੀ ਹੈ। ਫਿਰ ਪਰਮਾਤਮਾ ਕਿਉਂਕਿ ਕਰਨ ਕਰਾਉਣ ਦੇ ਸਮਰੱਥ ਹੈ, ਉਹ ਜੋ ਮਰਜ਼ੀ ਕਰਨਾ ਚਾਹੇ ਕਰ ਸਕਦਾ ਹੈ, ਜੋ ਮਰਜ਼ੀ ਕਿਸੇ ਤੋਂ ਕਰਾਉਣਾ ਚਾਹੇ ਕਰਾ ਸਕਦਾ ਹੈ। ਜਿਵੇਂ ਭਾਈ ਬਚਿੱਤਰ ਸਿੰਘ ਨੂੰ, ਜਿਹੜੇ ਸੰਤ ਸੀਤਲ ਸਿੰਘ ਜੀ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਈ ਉਹ ਦੁਸ਼ਮਣ ਦਾ ਹਾਥੀ, ਉਹਨਾਂ ਨੇ ਸ਼ਰਾਪ ਲਾ ਕੇ ਭੇਜਿਆ ਹੈ ਵੀ ਕਿਲ੍ਹੇ ਦਾ ਜਿਹੜਾ ਦਰਵਾਜ਼ਾ, ਇਹਨੂੰ ਟੱਕਰਾਂ ਮਾਰ ਕੇ ਉਹ ਦਰਵਾਜ਼ਾ ਤੋੜ ਦੇਵੇ ਅਤੇ ਦੁਸ਼ਮਣ ਦੀ ਫੌਜ ਅੰਦਰ ਵੜ ਜੇ, ਇਸ ਲਈ ਉਹ ਭੇਜਿਆ। ਤੂੰ ਐਂ ਕਰ, ਘੋੜੇ 'ਤੇ ਚੜ੍ਹ, ਇਹ ਕਿਲ੍ਹੇ 'ਚ ਬਾਹਰ ਨਿਕਲ ਦਰਵਾਜ਼ਾ ਖੋਲ੍ਹ ਕੇ, ਹਾਥੀ ਆਏਗਾ ਅਤੇ ਉਸ ਹਾਥੀ ਨੂੰ ਮਾਰਨਾ। ਆ ਲੈ ਨਾਗਣੀ। ਉਹ ਕਹਿੰਦਾ ਜੀ ਹਾਥੀ ਤਾਂ ਐਡਾ ਵੱਡਾ ਅਤੇ ਮੈਂ ਤਾਂ ਛੋਟਾ ਜਿਹਾ ਕੱਦ, ਪਤਲਾ ਜਿਹਾ ਬੰਦਾ ਮੈਂ। ਗੁਰੂ ਮਹਾਰਾਜ ਕਹਿੰਦੇ ਪਰਵਾਹ ਨਾ ਕਰ, ਅਸੀਂ ਤੇਰੇ ਵਿੱਚ ਬੈਠਾਂਗੇ, ਤੈਂ ਬਸ ਹਾਥੀ ਨੂੰ ਮਾਰਨਾ, ਜਾਂਚ ਦੱਸ ਦੇ। ਕਿਉਂਕਿ ਘੋੜੇ ਨਾਲੋਂ ਹਾਥੀ ਉੱਚਾ ਹੁੰਦਾ। ਹੁਣ ਹਾਥੀ ਦੇ ਸਿਰ ਦੇ ਉੱਤੇ ਲੋਹੇ ਦੀਆਂ ਪਲੇਟਾਂ ਬੰਨੀਆਂ ਹੋਈਆਂ ਸਨ, ਤਾਂ ਜੋ ਟੱਕਰ ਮਾਰੇ ਤਾਂ ਉਹਦਾ ਸਿਰ ਨਾ ਫੁੱਟ ਜੇ ਆਪਣਾ। ਉਹ ਲੋਹੇ ਦੇ ਉੱਤੇ ਪਲੇਟ ਬੰਨੀ ਹੋਈ ਹੈ, ਉਹਦੇ ਵਿੱਚੋਂ ਦੀ ਨਾਗਰੀ ਲੰਘੇ ਅਤੇ ਫਿਰ ਹਾਥੀ ਦੇ ਮੱਥੇ 'ਚ ਵੱਜੇ ਅਤੇ ਤਾਂ ਕੋਈ ਗੱਲ ਬਣ ਸਕਦੀ ਹੈ। ਗੁਰੂ ਮਹਾਰਾਜ ਕਿਹਾ ਵੀ ਜਦੋਂ ਹਾਥੀ ਤੇਰੇ ਨੇੜੇ ਆਵੇਗਾ ਨਾ, ਇਹ ਤੇਰਾ ਘੋੜਾ ਬੜਾ ਟ੍ਰੇਨਡ ਹੈ, ਤੂੰ ਰਕਾਬਾਂ 'ਚ ਪੈਰ ਪਾਈ ਰੱਖੀ, ਇਹਦਾ ਤੂੰ ਜਿਹੜਾ ਖਿੱਚਣਾ ਰੱਸੀ ਜਿਹੜੀ ਗਲ 'ਚ ਪਾਏ ਪਟਾ, ਇਹ ਖਿੱਚਣਾ, ਇਹ ਨਾ ਅਗਲੀਆਂ ਲੱਤਾਂ ਉੱਪਰ ਨੂੰ ਚੱਕ ਲਏਗਾ ਘੋੜਾ, ਉਹ ਉੱਚਾ ਹੋ ਜਾਏਗਾ। ਤੂੰ ਰਕਾਬਾਂ 'ਤੇ ਪੈਰ ਰੱਖ ਕੇ ਖੜ੍ਹੇ ਹੋ ਜਾਣਾ ਹੈ। ਜਦੋਂ ਹੱਥ ਤੂੰ ਖੜ੍ਹਾ ਹੋ ਜਾਏਗਾ, ਤੇਰੀਆਂ ਬਾਹਾਂ ਹਾਥੀ ਦੇ ਸਿਰ ਦੇ ਬਰਾਬਰ ਹੋ ਜਾਣ ਉਚਾਈ 'ਚ, ਅਤੇ ਫਿਰ ਤੂੰ ਪਰਮਾਤਮਾ ਦਾ ਨਾਂ ਲੈ ਕੇ ਹਾਥੀ ਮਾਰਨੀ ਨਾਗਣੀ। ਉਸ 'ਤੇ ਭਾਈ ਬਚਿੱਤਰ ਸਿੰਘ ਦਾ ਪਤਾ ਸੀ ਕਿ ਇਹ ਤਾਂ ਹੁਣ ਸਾਰੇ ਗੁਰੂ ਮਹਾਰਾਜ ਦੀ ਤਾਕਤ ਮੇਰੇ ਮਗਰ ਹੋਏਗੀ ਤਾਂ ਗੱਲ ਹੈ। ਅਤੇ ਸਿੱਖ ਨੂੰ ਵਿਸ਼ਵਾਸ ਹੁੰਦਾ ਕਿ ਮੇਰਾ ਗੁਰੂ ਮੇਰੇ ਨਾਲ ਹੈ, ਉਹਦੀ ਸਮਰੱਥਾ ਮੇਰੇ ਵਿੱਚ ਹੈ। ਅਤੇ ਫਿਰ ਭਾਈ ਬਚਿੱਤਰ ਸਿੰਘ ਜਦੋਂ
ਧਿਆਨ ਧਾਰ ਕੇ ਗੁਰੂ ਮਹਾਰਾਜ ਦਾ ਉਹ ਨਾਗਣੀ ਮੱਥੇ 'ਚ ਮਾਰੀ ਨਾ ਹਾਥੀ ਦੇ, ਉਹ ਜਿੰਨਾ ਉੱਤੇ ਲੋਹੇ ਦਾ ਸੰਜੋਗ ਪਾਇਆ ਉਹਦੇ ਵਿੱਚੋਂ ਦੀ ਲੰਘ ਕੇ ਉਹਦੇ ਮੱਥੇ ਨੂੰ ਪਾੜ ਤੇ ਹਾਥੀ ਜਿਹੜਾ ਹੈ ਡਰਦਾ ਪਿੱਛੇ ਭੱਜ ਰਿਹਾ, ਆਪਣੀ ਫੌਜ ਨੂੰ ਮਾਰਨਾ ਸ਼ੁਰੂ ਕਰਤਾ ਉਸਨੇ। ਸੋ ਸਮਰੱਥ ਹੁੰਦੇ ਗੁਰੂ ਮਹਾਰਾਜ, ਪਰਮਾਤਮਾ ਸਮਰੱਥ ਹੈ, ਜੋ ਕਿਸੇ ਤੋਂ ਕਰਾਉਣਾ ਚਾਹੇ ਉਹ ਕਰਵਾ ਸਕਦੇ ਹੁੰਦੇ ਨੇ, ਉਹ ਸਮਰੱਥ ਹੁੰਦੇ। ਜੋ ਤਿਸ ਭਾਵੈ ਸੋਈ ਹੋਵੇ, ਜੋ ਪਰਮਾਤਮਾ ਨੂੰ ਭਾਉਂਦਾ ਉਹੀ ਹੁੰਦਾ, ਭੋਗ ਮੈਨੇ ਹੁੰਦਾ ਹੈ ਉਹੀ ਹੁੰਦਾ ਜੋ ਪਰਮਾਤਮਾ ਨੂੰ ਭਾਉਂਦਾ। ਸਾਨੂੰ ਕੀ ਭਾਉਂਦਾ ਹੈ ਉਸ ਤਰ੍ਹਾਂ ਨਹੀਂ ਪਰਮਾਤਮਾ ਨੇ ਚੱਲਣਾ, ਪਰਮਾਤਮਾ ਨੇ ਆਪਣੀ ਮਰਜ਼ੀ ਕਰਨੀ, ਉਹਨੂੰ ਜੋ ਭਾਉਂਦਾ ਉਹੀ ਹੋਣਾ ਹੈ। ਤਾਂ ਹੀ ਜਿਹੜੇ ਫਿਰ ਸੰਤ ਮਹਾਤਮਾ ਬ੍ਰਹਮ ਗਿਆਨੀ ਬਣ ਜਾਂਦੇ ਨੇ, ਉਹ ਕਹਿੰਦੇ ਨੇ ਵੀ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਕਰਨਾ, ਇਸ ਲਈ ਉਹਦੀ ਰਜ਼ਾ 'ਚ ਰਹਿੰਦੇ ਨੇ। ਕਰਮ ਤਾਂ ਕਰਦੇ ਰਹਿੰਦੇ ਨੇ ਪਰ ਪਰਮਾਤਮਾ ਦੀ ਰਜ਼ਾ 'ਚ ਰਹਿੰਦੇ ਨੇ ਵੀ ਮੈਂ ਜਿਹੜਾ ਕਰਮ ਕਰ ਰਿਹਾ ਫਲ ਤਾਂ ਇਸ ਨੂੰ ਪਰਮਾਤਮਾ ਨੇ ਲਾਉਣਾ, ਮੈਂ ਫਲ ਤਾਂ ਲਾ ਨਹੀਂ ਸਕਦਾ, ਇਹ ਤਾਂ ਪਰਮਾਤਮਾ ਨੇ ਫਲ ਦੇਣਾ, ਥੋੜ੍ਹਾ ਦੇਵੇ ਬਹੁਤਾ ਦੇਵੇ, ਛੇਤੀ ਦੇਵੇ ਦੇਰ ਨਾਲ ਦੇਵੇ। ਜਿਵੇਂ ਸਾਡਾ ਕੰਮ ਹੈ ਭਜਨ ਬੰਦਗੀ ਕਰਦੇ ਰਹਿਣਾ, ਬਸ ਸਾਡਾ ਕੰਮ ਹੈ ਭਜਨ ਬੰਦਗੀ ਕਰਦੇ। ਜੇ ਕਿੰਨਾ ਸਮਾਂ ਕਰਨੀ ਹੈ, ਪਰਮਾਤਮਾ ਕਹਿੰਦਾ ਜਬ ਲਗ ਜੋਬਨ ਸਾਸ ਹੈ, ਕਹਿੰਦੇ ਜਿੰਨਾ ਚਿਰ ਤੁਹਾਡੇ ਸਰੀਰ 'ਚ ਇੱਕ ਵੀ ਸਾਸ ਸੇ ਰੋਕੜਦਾ ਹੈ, ਜਿੰਨਾ ਚਿਰ ਤੁਹਾਡੇ ਸਰੀਰ 'ਚ ਇੱਕ ਵੀ ਸਵਾਸ ਬਾਕੀ ਹੈ ਨਾ, ਉਹਨਾਂ ਚਿਰ ਨਾਮ ਜਪਦੇ ਰਹੋ, ਭਾਵ ਮਰਨ ਤੱਕ ਜਪਦੇ ਰਹੋ। ਜੇ ਕਿੰਨੇ ਘੰਟੇ ਜਪਣੇ, ਕਹਿੰਦੇ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਾ ਚਿਤਾਰੇ, ਹਰ ਵਕਤ ਜੀ ਨਾਮ ਜਪਣਾ ਹੈ। ਇਹ ਤਾਂ ਬੰਦਾ ਫਿਰ ਬਾਨੇ ਬਣੇ, ਉਹ ਜੀ ਮੈਂ ਨੌਕਰੀ ਕਰਦਾ ਜੀ, ਉਹ ਮੈਂ ਜੀ ਪੜ੍ਹਾਈ ਕਰਦਾ ਜੀ, ਇਹ ਸਵਾਸ ਹਰ ਵਕਤ ਕਿਵੇਂ ਹੋ ਸਕਦਾ ਹੈ? ਕੁਛ ਨਹੀਂ ਸ਼ੁਰੂ ਕਰਨਾ, ਉਂਝ ਹੀ ਕਹੀ ਜਾਣਾ, ਬਸ ਵੈਸੇ ਹੀ ਕਹੀ ਜਾਣਾ ਹੁੰਦਾ ਹੈ। ਉਹ ਮੈਂ ਵਿਹਲਾ ਹੋ ਲਾਂ ਜੀ, ਉਹ ਮੈਂ ਜਵਾਕ ਵਿਆਹ ਲਾਂ ਜੀ, ਉਹ ਮੈਂ ਜੀ ਰਿਟਾਇਰ ਹੋ ਲਾਂ ਜੀ। ਜਿੰਨਾ ਭਜਨ ਬੰਦਗੀ ਕਹਿੰਦੇ ਕਰਨੀ ਹੁੰਦੀ ਹੈ ਉਹ ਇੰਨਾ ਸਮਾਂ ਨਹੀਂ ਉਡੀਕਦੇ, ਉਹਨਾਂ ਨੇ ਗਿਆਨ ਦੇ ਮਤ ਕੀ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ, ਪਤਾ ਨਹੀਂ ਅਗਲਾ ਸਵਾਸ ਆਉਣਾ ਵੀ ਕਿ ਨਹੀਂ ਆਉਣਾ, ਕੀ ਪਤਾ। ਹੁਣ ਰਾਤ ਨੂੰ ਹਜ਼ਾਰਾਂ ਲੋਕ ਸੰਸਾਰ 'ਚ ਮਰ ਜਾਂਦੇ, ਲੱਖਾਂ ਮਰ ਜਾਂਦੇ, ਅਤੇ ਉਹ ਸੋਚਦੇ ਨੇ ਸਵੇਰੇ ਵੀ ਅਸੀਂ ਕੱਲ੍ਹ ਨੂੰ ਆਹ ਕਰਾਂਗੇ, ਅਤੇ ਰਾਤ ਵੀ ਮਰ ਗਏ। ਇਹ ਕੋਈ ਪਤਾ ਨਹੀਂ ਇਸ ਵੇਲੇ ਸਵਾਸ ਨਿਕਲਦਾ। ਤਾਂ ਹੀ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੁ ਨ ਹੋਏਗਾ ਜੋ ਸਿਰ ਪਰ ਆਵੇ ਕਾਲ। ਕਾਲ ਕਰੰਤਾ, ਜੋ ਕੱਲ੍ਹ ਨੂੰ ਤੂੰ ਕਰਨਾ ਨਾ, ਕਾਲ ਕਰੰਤਾ ਅਭੈ ਕਰ, ਉਹ ਅੱਜ ਹੀ ਕਰ, ਜੋ ਅੱਜ ਕਰਨਾ ਸੋਇ ਤਾਲ ਉਹ ਹੁਣੇ ਕਰ। ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਜਿਹੜਾ ਕੰਮ ਤੂੰ ਕੱਲ੍ਹ ਨੂੰ ਕਰਨਾ ਵੀ ਮੈਂ ਕੱਲ੍ਹ ਨੂੰ ਕਰਾਂਗਾ, ਨਹੀਂ, ਉਹਨੂੰ ਅੱਜ ਹੀ ਕਰ। ਅਤੇ ਜਿਹੜਾ ਮੈਂ ਤੂੰ ਕਹਿੰਦਾ ਵੀ ਮੈਂ ਅੱਜ ਕਰਾਂਗਾ ਜੀ, ਨਹੀਂ, ਉਹ ਹੁਣੇ ਹੀ ਸ਼ੁਰੂ ਕਰ। ਕੀ ਪਤਾ ਸ਼ਾਮ ਆਉਣੀ ਹੈ ਕਿ ਨਹੀਂ ਆਉਣੀ, ਹਾਂ ਜੀ ਮੈਂ 2 ਵਜੇ ਸ਼ੁਰੂ ਕਰੂੰਗਾ ਜੀ, ਕੀ ਪਤਾ 2 ਵਜੇ ਤੱਕ ਅਸੀਂ ਜਿਉਣਾ ਵੀ ਹੈ ਕਿ ਨਹੀਂ ਜਿਉਣਾ। ਇਸ ਲਈ ਹੁਕਮ ਹੈ ਭਾਈ, ਇਹ ਨਹੀਂ ਕਹਿਣਾ ਮੈਂ ਵਿਹਲਾ ਹੋ ਲਾਂ, ਮੈਂ ਆਹ ਕੰਮ ਕਰ ਲਾਂ ਫਿਰ ਮੈਂ ਭਜਨ ਬੰਦਗੀ ਕਰਾਂਗਾ, ਨਹੀਂ, ਭਜਨ ਬੰਦਗੀ ਕਰਨ ਲੱਗ ਜਾਣਾ ਚਾਹੀਦਾ ਬਸ। ਫਿਰ ਉਹ ਕੰਮ ਅਨੁਸਾਰ ਪੜ੍ਹਾਈ ਹੈ, ਉਹਦੇ ਲਈ ਥੋੜ੍ਹੀ ਭਜਨ ਬੰਦਗੀ ਹੈ, ਕੰਮ ਧੰਦਾ ਹੈ। ਜੇ ਸਰੀਰਕ ਕੰਮ ਧੰਦਾ ਕਰ ਰਿਹਾ, ਆਪਣਾ ਨਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਨਾਲੇ ਸਰੀਰਕ ਕੰਮ ਕਰੀ ਜਾਓ। ਫਿਰ ਜਦ ਤੁਸੀਂ ਕੰਮ ਕਰੋਗੇ ਉਹ ਵਧੀਆ ਹੋਵੇਗਾ, ਕਿਉਂਕਿ ਤੁਸੀਂ ਨਾਮ ਜਪਦੇ ਕੰਮ ਕਰ ਰਹੇ ਹੋ। ਜਿਹੜਾ ਕੰਮ ਤੁਸੀਂ ਨਾਮ ਜਪਦੇ ਹੋਏ ਕਰੋਗੇ ਨਾ, ਉਸ ਕੰਮ ਵਿੱਚ ਤੁਹਾਨੂੰ ਛੇਤੀ ਸਫਲਤਾ ਮਿਲੇਗੀ, ਉਹ ਕੰਮ ਵਧੀਆ ਹੋਵੇਗਾ, ਕਿਉਂਕਿ ਤੁਸੀਂ ਕੰਮ ਕਰ ਰਹੇ ਹੋ ਨਾਲ ਨਾਮ ਜਪ ਰਹੇ ਹੋ, ਉਹ ਤਾਂ ਪਰਮਾਤਮਾ ਹਾਜ਼ਰ ਹੈ ਫਿਰ ਉੱਥੇ। ਅਤੇ ਜਿਹੜਾ ਕੰਮ ਪਰਮਾਤਮਾ ਖਲੋ ਕੇ ਕਰਾਵੇ, ਦੱਸੋ ਕਿਵੇਂ ਨਹੀਂ ਫਿਰ ਵਧੀਆ ਹੋਵੇਗਾ। ਇਸ ਲਈ ਕੋਈ ਵੀ ਸਰੀਰਕ ਕੰਮ ਕਰ ਰਹੇ ਹੋ, ਆਪਣਾ ਵਾਹਿਗੁਰੂ 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 ਕਰੀ ਜਾਓ, ਜਾਂ ਮੂਲ ਮੰਤਰ ਦਾ ਜਾਪ ਕਰੀ ਜਾਓ। ਬਾਕੀ ਹੋਣਾ ਤਾਂ ਉਹੀ ਹੈ ਜੋ ਉਸਨੇ ਕਰਨਾ।
ਸਾਨੂੰ ਤਾਂ ਸਿਰਫ ਮਿਹਨਤ ਕਰ ਲਈ ਪਰਮਾਤਮਾ ਨੇ ਕਿਹਾ। ਉਦਮ ਕਰਿੰਦਿਆਂ ਜੀਓ ਤੂੰ, ਕਮਾਮਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੂੰ ਤਾਂ ਉਦਮ ਕਰਨਾ ਹੈ, ਉਦਮ ਕਰਨਾ ਹੈ, ਮਿਹਨਤ ਕਰਨੀ। ਆਮ ਕਹਾਵਦੇ ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪਾਉਣ। ਪੱਖਾ ਚਲਾ ਹਲਾਈਏ ਤਾਂ ਹਵਾ ਆਉਂਦੀ ਕਿ ਨਹੀਂ? ਐਂ ਜੇ ਬੰਦਾ ਉਦਮ ਕਰੇ, ਮਿਹਨਤ ਕਰੇ, ਮਾਇਆ ਮਿਲਦੀ ਹੈ। ਜਿਹਨੇ ਕੁਛ ਕਰਨਾ ਹੀ ਕੋਈ ਨਹੀਂ, ਉਹਨੂੰ ਫਿਰ ਕਿੱਥੋਂ ਮਾਇਆ ਮਿਲੇਗੀ? ਉਦਮ ਕਰਨ ਦਾ ਸਾਨੂੰ ਹੁਕਮ ਹੈ, ਚਿੰਤਾ ਦਾ ਹੁਕਮ ਨਹੀਂ ਹੈ। ਬੱਚੇ ਨੂੰ ਮਿਹਨਤ ਕਰਨ ਦਾ ਹੁਕਮ ਹੈ। ਤੂੰ ਪੜ੍ਹ, ਦਿਨ ਰਾਤ ਪੜ੍ਹ, ਵੱਧ ਤੋਂ ਵੱਧ ਪੜ੍ਹ, ਪਰ ਇਮਤਿਹਾਨ ਦੀ ਜਾਂ ਚੰਗੇ ਮੰਦੇ ਨੰਬਰ ਚਿੰਤਾ ਨਹੀਂ ਤੂੰ ਕਰਨੀ। ਤੇਰਾ ਕੰਮ ਸਿਰਫ ਮਿਹਨਤ ਕਰਨਾ। ਫਲ ਪਰਮਾਤਮਾ ਨੇ ਦੇਣਾ, ਉਹਦੀ ਮਰਜ਼ੀ ਥੋੜ੍ਹਾ ਦੇਵੇ ਬਹੁਤਾ ਦੇਵੇ। ਕਈ ਬੱਚੇ ਬਹੁਤ ਮਿਹਨਤ ਕਰਦੇ ਨੇ, ਨੰਬਰ ਥੋੜ੍ਹੇ ਆਉਂਦੇ ਨੇ। ਕਈ ਥੋੜ੍ਹੀ ਮਿਹਨਤ ਕਰਦੇ, ਨੰਬਰ ਕਈ ਵਾਰੀ ਬਹੁਤੇ ਆ ਜਾਂਦੇ ਨੇ। ਕਈ ਵਾਰੀ ਤੁਸੀਂ ਕਿਤਾਬ 'ਚੋਂ ਇੰਪੋਰਟੈਂਟ ਪ੍ਰਸ਼ਨ ਕਰੀ ਗਏ ਯਾਦ। ਕਈਆਂ ਜੇ ਚੰਗੀ ਕਿਸਮਤ ਤਾਂ ਜਿਹੜੇ ਤੁਸੀਂ ਯਾਦ ਉਸ 'ਚੋਂ ਪੇਪਰ ਆ ਜਾਂਦਾ। ਜੇ ਕਿਸਮਤ ਮਾੜੀ ਹੋਵੇ, ਯਾਦ ਜਿਹੜੇ ਪ੍ਰਸ਼ਨ ਕੀਤੇ ਨੇ ਉਹਨੇ ਪੇਪਰ ਘੱਟ ਹੋਣ, ਜਿਹੜੇ ਨਹੀਂ ਸੀ ਯਾਦ ਉਹ 'ਚ ਜ਼ਿਆਦਾ ਆ ਜਾਂਦੇ ਨੇ, ਉਹ 'ਚ ਕੁਐਸਚਨ ਜ਼ਿਆਦਾ ਆ ਜਾਂਦੇ ਨੇ। ਇਸ ਲਈ ਸਾਡਾ ਕੰਮ ਹੈ ਮਿਹਨਤ ਕਰਦੇ ਰਹਿਣਾ ਬਸ। ਜਿਹੜਾ ਫਲ ਦੀ ਚਿੰਤਾ ਨਹੀਂ ਕਰਨੀ, ਫਲ ਉਹਨੇ ਦੇਣਾ। ਇਹ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਸਾਫ਼ ਕਰਤਾ ਸੀ। ਜਦੋਂ ਅਰਜਨ ਆਪਣੇ ਰਿਸ਼ਤੇਦਾਰਾਂ ਸਾਹਮਣੇ ਵੇਖ ਕੇ ਹਥਿਆਰ ਸੁੱਟ ਕੇ ਬਹਿ ਗਿਆ ਕਿ ਮੇਰਾ ਟੀਚਰ ਹੈ, ਇਹ ਮੇਰਾ ਪ੍ਰਾਣ ਹੈ, ਮੈਂ ਇਸੇ ਕਿਵੇਂ ਨਾ ਤੇ ਤੀਰ ਚਲਾ ਸਕਦਾ। ਕ੍ਰਿਸ਼ਨ ਮਹਾਰਾਜ ਨੇ ਕਿਹਾ ਇਹ ਤੇਰੇ ਕੁਛ ਨਹੀਂ ਲੱਗਦੇ, ਇਹ ਤੇਰੇ ਕੁਛ ਨਹੀਂ ਲੱਗਦੇ। ਮੈਂ ਇਹਨਾਂ ਕੋਲ ਗਿਆ ਸੀ ਵੀ ਇਹ ਬਨਵਾਸ ਕੱਟ ਨੇ ਪਾਂਡਵ ਕੌਰਵਾਂ ਕੋਲ, ਵੀ ਹੁਣ ਇਹਨਾਂ ਦਾ ਅੱਧਾ ਰਾਜ ਦੇ ਦਿਓ। ਅਤੇ ਦੁਰਯੋਧਨ ਕਹਿੰਦਾ ਮੈਂ ਨਹੀਂ ਦਿੰਦਾ। ਮੈਂ ਕਿਹਾ ਚੱਲ 5 ਪਿੰਡ ਦੇ ਦਿਓ, 5 ਭਰਾ ਨੇ। ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ। ਕਿ ਜਿਹੜਾ ਤੁਹਾਨੂੰ ਸੂਈ ਦੇ ਨੱਕੇ ਜਿੰਨੀ ਥਾਂ ਦੇਣ ਨੂੰ ਤਿਆਰ ਨਹੀਂ, ਉਹ ਤੁਹਾਡਾ ਕੀ ਲੱਗਦਾ? ਉਹ ਤੇਰਾ ਕੀ ਲੱਗਦਾ? ਤੂੰ ਹੈ ਕਸ਼ਤਰੀ, ਤੂੰ ਹੈ ਫੌਜੀ। ਹੁਣ ਮੰਨ ਲਓ ਸਾਡੇ ਦੇਸ਼ 'ਤੇ ਦੂਜਾ ਦੇਸ਼ ਹਮਲਾ ਕਰ ਦਿੰਦਾ ਹੈ, ਤਾਂ ਜਿਹੜੇ ਸਾਡੇ ਫੌਜੀ ਨੇ ਉਹ ਤਿਆਰ ਰਹੇ ਨੇ। ਬਸ ਫਿਰ ਵੀ ਇਹਨਾਂ ਹਮਲਾ ਕੀਤਾ, ਆ ਜਾਓ ਫਿਰ ਦੱਸ ਦਿਓ ਤੁਹਾਨੂੰ। ਕਹਿੰਦੇ ਤੂੰ ਕਸ਼ਤਰੀ ਹੈ, ਫੌਜੀ ਹੈ, ਤੇਰਾ ਕੰਮ ਹੈ ਲੜਨਾ। ਦੁਸ਼ਮਣ ਆ ਗਿਆ, ਉਹਨਾਂ ਲੜਨਾ। ਜਿੱਤ ਹਾਰ ਦੇ ਕਹਿੰਦੇ ਮੇਰੇ ਹੱਥ 'ਚ ਹੈ। ਕ੍ਰਿਸ਼ਨ ਮਹਾਰਾਜ ਕਹਿੰਦੇ ਜਿੱਤ ਹਾਰ ਤੇ ਅਰਜਨ ਮੇਰੇ ਹੱਥ 'ਚ ਹੈ, ਜਿੱਤ ਹਾਰ ਤੇਰੇ ਹੱਥ 'ਚ ਨਹੀਂ। ਤੂੰ ਆਪਣਾ ਕਰਮ ਕਰ। ਸੋ ਅਸੀਂ ਕਰਮ ਕਰਨਾ ਭਜਨ ਬੰਦਗੀ ਦਾ। ਪਰਮਾਤਮਾ ਨੇ ਦੇਣਾ ਫਲ, ਉਹਦੀ ਮਰਜ਼ੀ ਇਸੇ ਜੀਵਨ 'ਚ ਦੇ ਦੇ, ਬਹੁਤਾ ਫਲ ਦੇ ਦੇ, ਥੋੜ੍ਹਾ ਦੇਵੇ, ਅਗਲੇ ਜਨਮ 'ਚ ਦੇਵੇ, ਉਦੋਂ ਅਗਲੇ 'ਚ ਦੇਵੇ। ਇਹ ਤਾਂ ਉਹਨੇ ਦੇਖਣਾ ਹੈ। ਅਸੀਂ ਆਪਣਾ ਕਰਮ ਕਰਦੇ ਜਾਣਾ ਹੈ। ਸਾਨੂੰ ਹੁਕਮ ਹੈ ਭਾਈ ਮਨੁੱਖਾ ਜੀਵਨ ਮਿਲਿਆ, ਤੁਸੀਂ ਨਾਮ ਜਪਣਾ ਹੈ, ਔਰ ਵੱਧ ਤੋਂ ਵੱਧ ਨਾਮ ਜਪਣਾ ਹੈ, ਮਰਨ ਤੱਕ ਜਪਦੇ ਰਹਿਣਾ। ਖਿਨ ਮੈਂ ਥਾਪ ਉਥਾਪਣ ਹਾਰਾ। ਖਿਨ 1 ਸੈਕਿੰਡ, ਜਿਵੇਂ ਆਪਾਂ ਕਹੇ 1 ਸੈਕਿੰਡ, ਪਰ ਥੋੜ੍ਹੇ ਸਮੇਂ ਵਿੱਚ ਹੀ। ਖਿਨ ਮੈਂ ਥਾਪ ਹੁੰਦਾ ਬਣਾਉਣਾ, ਉਥਾਪਣ ਹਾਰਾ ਢਾਉਣ ਵਾਲਾ। ਪਰਮਾਤਮਾ 1 ਸੈਕਿੰਡ ਵਿੱਚ ਬਣਾ ਸਕਦਾ ਹੈ ਅਤੇ 1 ਸੈਕਿੰਡ 'ਚ ਬਣਾਏ ਹੋਏ ਨੂੰ ਢਾਹ ਸਕਦਾ ਹੈ। ਉਹ 1 ਸੈਕਿੰਡ ਥੋੜ੍ਹੇ ਜਿਹੇ ਸਮੇਂ 'ਚ ਹੀ ਬਣਾ ਸਕਦਾ ਹੈ ਅਤੇ ਥੋੜ੍ਹੇ ਜਿਹੇ ਸਮੇਂ 'ਚ ਹੀ ਸਭ ਕੁਛ ਢਾਹ ਸਕਦਾ ਹੈ, ਕਿਉਂਕਿ ਸਮਰੱਥ ਹੈ ਨਾ। ਅੰਤ ਨਹੀਂ ਕਿਛ ਪਾਰਾ ਵਾਰਾ। ਪਰਮਾਤਮਾ ਦਾ ਨਾ ਕੋਈ ਉਰਲਾ ਬੰਨਾ, ਨਾ ਕੋਈ ਪਰਲਾ ਬੰਨਾ, ਉਹਦਾ ਤਾਂ ਅੰਤ ਹੀ ਨਹੀਂ ਹੈ। ਪਾਰਾ ਵਾਰਾ 2 ਸ਼ਬਦਾਂ ਤੋਂ ਬਣੇ, ਭਾਰ ਪਲੱਸ ਉਰਵਾਰ। ਪਾਰ ਮੈਨੇ ਪਰਲਾ ਬੰਨਾ, ਉਰਵਾਰ ਹੁੰਦਾ ਉਰਲਾ ਬੰਨਾ। ਪਰਮਾਤਮਾ ਦਾ ਨਾ ਕੋਈ ਉਰਲਾ ਬੰਨਾ, ਨਾ ਕੋਈ ਪਰਲਾ ਬੰਨਾ। ਇਹ ਨਹੀਂ ਕਹਿੰਦੇ ਪਰਮਾਤਮਾ ਜੀ ਇੱਥੋਂ ਸ਼ੁਰੂ ਹੁੰਦਾ ਅਤੇ ਉੱਥੇ ਜਾ ਕੇ ਮੁੱਕ ਗਿਆ, ਉਹਦਾ ਤਾਂ ਅੰਤ ਹੀ ਨਹੀਂ ਹੈ। ਉਹਨੇ ਜੋ ਕੁਛ ਬਣਾਇਆ ਹੈ ਉਹਦਾ ਵੀ ਕੋਈ ਅੰਤ ਨਹੀਂ, ਕਿਉਂਕਿ ਆਪ ਹੀ ਬੇਅੰਤ ਹੈ। ਬੇਅੰਤ ਜੋ ਕੁਛ ਬਣਾਏਗਾ ਉਹ ਬੇਅੰਤ ਹੀ ਬਣਾਏਗਾ।
ਉਹਦੀ ਬਣਾਈ ਹੋਈ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਹੁਣ ਧਰਮ 'ਤੇ ਆ ਕੇ 84 ਲੱਖ ਜੂਨਾਂ ਨੇ, ਭਾਵ ਹੈ ਬਹੁਤ ਜੂਨਾਂ ਨੇ, ਜੂਨਾਂ ਦੀ ਗਿਣਤੀ ਨਹੀਂ ਹੋ ਸਕਦੀ। ਹਿੰਦੂ ਧਰਮ 'ਚ 84 ਲੱਖ ਕਿਹਾ ਗਿਆ ਸੀ, ਅੱਗੇ ਗੁਰਬਾਣੀ 'ਚ ਵੀ ਉਸੇ ਤਰ੍ਹਾਂ ਆ ਗਿਆ। ਜਿਵੇਂ ਹਿੰਦੂ ਧਰਮ 'ਚ ਲਿਖਿਆ 1 ਲੱਖ ਪੂਤ 1.25 ਲੱਖ ਨਾਤੀ ਤਿਸ ਰਾਵਣ ਕੇ ਕਰ ਦੀਆ ਨ ਬਾਤੇ, ਉਹਨਾਂ ਦੀ ਇਸੇ ਲਾਈਨ ਨੂੰ ਗੁਰਬਾਣੀ ਦੇ ਵਿੱਚ ਵੀ ਸ਼ਾਮਲ ਕਰ ਦਿੱਤਾ ਗਿਆ। ਪਰਮਾਤਮਾ ਬੇਅੰਤ ਹੈ, ਉਹਦੀ ਕਿਸੇ ਵੀ ਬਣਾਈ ਹੋਈ ਚੀਜ਼ ਦਾ ਕੋਈ ਅੰਤ ਨਹੀਂ, ਕੋਈ ਗਿਣਤੀ ਹੀ ਨਹੀਂ ਕਰ ਸਕਦਾ। ਜੇ ਗਿਣਤੀ ਕਰ ਸਕਦੇ ਹੁੰਦੇ ਤਾਂ ਗੁਰੂ ਨਾਨਕ ਨੇ ਕਿਹਾ ਸੀ ਲੱਖਾਂ ਆਕਾਸ਼ ਲੱਖਾਂ ਹੀ ਪਤਾਲ ਨੇ, ਨਹੀਂ ਤਾਂ ਕਹਿੰਦੇ 2,20,330 ਆਕਾਸ਼ ਨੇ, 2,20,330 ਪਤਾਲ ਨੇ, ਗਿਣਤੀ ਨਹੀਂ ਹੋ ਸਕਦੀ। ਜਿਹੜਾ ਸਾਨੂੰ ਇਹ ਦੱਸ ਸਕਦਾ ਕਿ ਲੱਖਾਂ ਆਕਾਸ਼ ਲੱਖਾਂ ਪਤਾਲ ਨੇ, ਪਰ ਉਹਨੂੰ ਇਹ ਵੀ ਪਤਾ ਸੀ ਵੀ ਇਹ ਗਿਣਤੀ ਨਹੀਂ ਹੋ ਸਕਦੀ, ਕਿਉਂਕਿ ਪਰਮਾਤਮਾ ਆਪ ਹੀ ਬੇਅੰਤ ਹੈ ਅਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਵੀ ਬੇਅੰਤ ਹੁੰਦੀਆਂ ਨੇ, ਕੋਈ ਗਿਣਤੀ ਮਿਣਤੀ ਨਹੀਂ ਹੋ ਸਕਦੀ। ਹੁਕਮੇ ਧਾਰ ਆਧਾਰ ਰਹਾਵੇ, ਪਰਮਾਤਮਾ ਆਪਣੇ ਹੁਕਮ ਦੇ ਨਾਲ ਇਹ ਸ੍ਰਿਸ਼ਟੀ ਬਣਾਉਂਦਾ ਹੈ। ਆਧਾਰ ਦਾ ਬਿਨਾਂ ਆਸਰੇ ਦੇ, ਫਿਰ ਬਿਨਾਂ ਆਸਰੇ ਦੇ ਇਸ ਨੂੰ ਟਿਕਾਉਂਦਾ ਹੈ। ਹੁਣ ਦੇਖੋ ਜੋ ਕੁਛ ਬਣਿਆ ਕਿਸੇ ਆਸਰੇ ਦੇ ਹੇਠਾਂ ਨੇ, ਧਰਤੀ ਦੇ ਹੇਠਾਂ ਕੋਈ ਚੀਜ਼ ਨਹੀਂ ਹੈ, ਇਹ ਸਭ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਸਭ ਕੁਛ। ਪਰਮਾਤਮਾ ਦਾ ਹੁਕਮ ਹੀ ਸਭ ਦਾ ਆਸਰਾ ਹੈ। ਪਰਮਾਤਮਾ ਕਿੱਡਾ ਵੱਡਾ ਸਾਇੰਸਦਾਨ ਹੈ। ਸਾਇੰਸਦਾਨਾਂ ਨੇ ਸਿੱਧ ਕਰਤਾ ਕਿ ਜੋ ਚੀਜ਼ ਘੁੰਮ ਰਹੀ ਹੈ ਉਹ ਡਿੱਗਦੀ ਨਹੀਂ ਹੈ, ਜਿਹੜੀ ਚੀਜ਼ ਖੜੀ ਹੈ ਉਹ ਕਿਸੇ ਵੇਲੇ ਡਿੱਗ ਸਕਦੀ ਹੈ। ਹੁਣ ਪਰਮਾਤਮਾ ਨੇ ਜੋ ਬਣਾਇਆ ਹੈ ਉਹ ਡਿੱਗਣ ਨਹੀਂ ਦੇਣਾ, ਕਿ ਹੇਠਾਂ ਤੇ ਕੁਛ ਹੈ ਹੀ ਨਹੀਂ। ਸਾਡੀ ਧਰਤੀ 12,000 ਕਿਲੋਮੀਟਰ ਮੋਟੀ ਹੈ। ਇੱਥੋਂ ਆਪਾਂ ਬੋਰ ਕਰਨ ਲੱਗੀਏ ਨਾ, ਕਰਦੇ ਰਹੀਏ ਅਤੇ ਜਿੱਥੇ ਜਾ ਕੇ ਹੇਠਾਂ ਆਵੇਗਾ ਬੋਰ ਆਰ ਪਰ ਹੋ ਜਾਏਗਾ, ਉਹ 12,000 ਕਿਲੋਮੀਟਰ ਬੋਰ ਹੋਵੇਗਾ, ਤਾਂ ਧਰਤੀ ਦਾ ਦੂਜਾ ਪਾਸਾ ਆਵੇਗਾ। ਤਾਂ ਅਤੇ ਜਦੋਂ ਫਿਰ ਬੋਰ ਰਾਹੀਂ ਹੇਠਾਂ ਵੇਖੋਗੇ ਉੱਥੇ ਖਾਲੀ ਥਾਂ ਹੈ, ਧਰਤੀ ਦਾ ਆਕਾਸ਼ ਹੀ ਹੈ, ਕਿਉਂਕਿ ਧਰਤੀ ਵੀ ਘੁੰਮ ਰਹੀ, ਸੂਰਜ ਵੀ ਘੁੰਮ ਰਿਹਾ, ਤਾਰੇ ਵੀ ਘੁੰਮ ਰਹੇ, ਸਭ ਕੁਛ ਘੁੰਮ ਰਿਹਾ ਹੈ। ਇਸ ਚੀਜ਼ ਨੂੰ ਸਿੱਧ ਕਰ ਲਈ। ਜਦੋਂ ਮੈਂ 7ਵੀਂ 'ਚ ਪੜ੍ਹਦਾ ਸੀ, ਕਈ ਟੀਚਰ ਨਾ ਸਾਇੰਸ ਵਾਲੇ ਵੀ ਨਾਲ ਨਾਲ ਧਰਮ ਦੀਆਂ ਕੁਝ ਗੱਲਾਂ ਦੱਸਦੇ ਰਹਿੰਦੇ ਹਨ। ਪੜ੍ਹਿਆ ਹੁੰਦਾ ਉਹਨਾਂ ਧਰਮ, ਸਾਨੂੰ ਤਾਂ ਇਹਨਾਂ ਗੱਲਾਂ ਦਾ ਉਦੋਂ ਗਿਆਨ ਨਹੀਂ ਸੀ। ਉਹਨਾਂ ਕਿਹਾ ਵੀ ਜਿਹੜੀ ਘੁੰਮਦੀ ਚੀਜ਼ ਹੁੰਦੀ ਹੈ ਨਾ, ਉਹ ਡਿੱਗਿਆ ਨਹੀਂ ਕਰਦੀ। ਮੈਨੂੰ ਕਹਿੰਦੇ ਕਾਕਾ ਬਾਲਟੀ ਲਿਆ, ਉਹ 'ਚ ਸੇਰ ਕੋ ਪਾਣੀ ਪਾ ਕੇ ਲਿਆ, ਜਿਹਨੂੰ ਅੱਜ ਕੱਲ੍ਹ ਕਿਲੋ ਕਹਿੰਦੇ ਨੇ। ਮੈਂ ਸਾਇੰਸ ਰੂਮ 'ਚ ਬਾਲਟੀ ਲਈ, ਨਲਕਾ ਗੇੜਾ, ਸੇਰ ਕੋ ਪਾਣੀ ਪਾ ਲਿਆ। ਟੀਚਰ ਨੇ ਕੀ ਕੀਤਾ, ਬਾਲਟੀ ਮੁੱਧੀ ਕਰਤੀ, ਇੱਕ ਮੁੱਧੀ, ਉਹ ਸਾਰਾ ਪਾਣੀ ਡੁੱਲ ਗਿਆ। ਟੀਚਰ ਕਹਿੰਦਾ ਫਿਰ ਵੀ ਇੰਨਾ ਪਾਣੀ ਫਿਰ ਪਾ ਕੇ ਲਿਆ ਬਾਲਟੀ। ਮੈਂ ਪਾ ਕੇ ਲੈਂਦਾ, ਉਹਨਾਂ ਨੇ ਬਾਲਟੀ ਹੱਥ 'ਚ ਫੜ ਕੇ ਨਾ ਘੁਮਾਈ, ਇਸ ਉੱਪਰ ਤੋਂ ਹੇਠਾਂ ਨੂੰ, ਐਂ ਨਹੀਂ ਘੁਮਾਈ ਨਾ, ਉੱਪਰ ਤੋਂ ਹੇਠਾਂ ਜ਼ੋਰ ਨਾਲ ਘੁਮਾਈ, ਬਾਲਟੀ ਪੁੱਠੀ ਵੀ ਹੋ ਗਈ, ਪਰ ਇੱਕ ਤੁਪਕਾ ਉਸ 'ਚ ਪਾਣੀ ਨਹੀਂ ਡਿੱਗਿਆ। ਕਹਿੰਦੇ ਦੇਖੋ ਇਹ ਪਾਣੀ ਵਿੱਚ ਘੁੰਮ ਰਿਹਾ ਨਾ ਸਪੀਡ ਨਾਲ, ਇਸ ਲਈ ਹੇਠਾਂ ਨਹੀਂ ਡਿੱਗਿਆ। ਇਹ ਸਾਰੀਆਂ ਜੋ ਪਰਮਾਤਮਾ ਨੇ ਚੀਜ਼ਾਂ ਬਣਾਈਆਂ, ਇਹ ਸਭ ਘੁੰਮ ਰਹੀਆਂ ਨੇ, ਇਸ ਲਈ ਡਿੱਗਦੀਆਂ ਨਹੀਂ ਹੈਗੀਆਂ। ਧਰਤੀ ਦੇ ਹੇਠਾਂ ਕਹਿੰਦੇ ਕੁਛ ਵੀ ਨਹੀਂ ਹੈ, ਪਰ ਇਹ ਧਰਤੀ ਕਿਉਂਕਿ ਲਗਾਤਾਰ ਘੁੰਮ ਰਹੀ ਹੈ, ਇਹ 1 ਲੱਖ ਕਿਲੋਮੀਟਰ ਸਪੀਡ ਤੋਂ ਵੱਧ ਤੇਜ਼ ਰਫ਼ਤਾਰ ਨਾਲ ਘੁੰਮ ਰਹੀ ਹੈ। 1 ਲੱਖ ਕਿਲੋਮੀਟਰ, ਉਦੋਂ ਵੀ ਕੁਝ 100 ਵੱਧ ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਹੀ। ਜੇ ਲੱਖ ਵੀ ਆਮ ਸਮਝਾਉਣ ਲਈ ਲੈ ਲਓ, 1 ਘੰਟੇ 'ਚ 1 ਲੱਖ ਕਿਲੋਮੀਟਰ ਦੀ ਸਪੀਡ ਨਾਲ ਧਰਤੀ ਘੁੰਮ ਰਹੀ ਹੈ। ਇੰਨੀ ਤੇਜ਼ ਰਫ਼ਤਾਰ ਨਾਲ ਘੁੰਮ ਰਹੀ ਹੈ, ਪਰ ਕਿਉਂਕਿ ਧਰਤੀ ਬਹੁਤ ਵੱਡੀ ਹੈ, ਇਸ ਲਈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇੰਨੀ ਸਪੀਡ ਨਾਲ ਘੁੰਮ ਰਹੀ ਹੈ। ਆਪਾਂ ਦੇਖੋ ਆਰਾਮ ਨਾਲ ਬੈਠੇ, ਆਪਾਂ ਆਰਾਮ ਨਾਲ ਬੈਠੇ। ਹਰ ਕਹੇ ਜੀ ਤੂੰ ਵੀ ਇਹ ਧਰਤੀ ਗੋਲ ਹੈ ਤਾਂ ਆਪਾਂ ਡਿੱਗਦੇ ਕਿਉਂ ਨਹੀਂ? ਹੁਣ ਦੇਖੋ ਤੁਸੀਂ ਕੋਈ ਵਾਲੀਬਾਲ ਦੀ ਗੇਂਦ ਲੈ ਲਓ, ਫੁੱਟਬਾਲ ਦੀ ਲੈ ਲਓ, ਉਸ 'ਤੇ ਇੱਕ ਕੀੜੀ ਛੱਡ ਦਿਓ,
ਉੱਥੇ ਕੀੜੀ ਛੱਡ ਦਿਓ, ਉਹ ਕੀੜੀ ਉਹਦੇ ਤੋਂ ਨਹੀਂ ਡਿੱਗੇਗੀ। ਹਾਲਾਂਕਿ ਗੇਂਦ ਵੀ ਗੋਲ ਹੈ, ਕੀੜੀ ਉੱਥੇ ਉਹਦੇ ਦੁਆਲੇ ਗੇੜੇ ਲਾਈ ਜਾਵੇਗੀ, ਉਹਦੇ ਉੱਤੇ ਡਿੱਗੇਗੀ ਨਹੀਂ। ਗੇਂਦ ਚਾਹੇ ਤੁਸੀਂ ਪੁੱਠੇ ਕਰ ਦਿਓ ਤਾਂ ਵੀ ਕੀੜੀ ਨਾਲ ਹੀ ਜੰਮੜੀ ਰਹਿੰਦੀ ਹੈ। ਇਸੇ ਤਰ੍ਹਾਂ ਇਹ ਬੰਦਾ ਫਿਰ ਡਿੱਗਦਾ ਨਹੀਂ ਹੈਗਾ, ਕਿਉਂਕਿ ਸਾਡੀ ਇੱਕ ਧਰਤੀ ਕਦੇ ਪੁੱਠੀ ਕਦੇ ਸਿੱਧੀ ਕਿਵੇਂ ਘੁੰਮਦੀ ਹੈ। ਇਸ ਲਈ ਪਰਮਾਤਮਾ ਆਪਣੇ ਹੁਕਮ ਨਾਲ ਇਹ ਸ੍ਰਿਸ਼ਟੀ ਬਣਾਉਂਦਾ, ਚੀਜ਼ਾਂ ਬਣਾਉਂਦਾ, ਆਧਾਰ ਰਹਾ ਹੈ ਅਤੇ ਉਹਨਾਂ ਨੂੰ ਬਿਨਾਂ ਕਿਸੇ ਓਟ ਆਸਰੇ ਦੇ ਟਿਕਾ ਦਿੰਦਾ ਹੈ। ਹੁਣ ਦੇ ਹੇਠਾਂ ਕੋਈ ਥੰਮਲੇ ਨਹੀਂ, ਹੁਣ ਦੇ ਹੇਠਾਂ ਕੋਈ ਨੀਹਾਂ ਨਹੀਂ ਹੈਗੀਆਂ, ਆਕਾਸ਼ 'ਚ ਹੀ ਸਭ ਕੁਝ ਖੜ੍ਹਾ। ਹੁਕਮੇ ਉਪਜੈ ਹੁਕਮ ਸਮਾਵੈ। ਪਰਮਾਤਮਾ ਦੇ ਹੁਕਮ ਨਾਲ ਜੀਵ ਪੈਦਾ ਹੁੰਦਾ, ਹੁਕਮ ਦੇ ਵਿੱਚ ਉਸ ਦੇ ਵਿੱਚ ਸਮਾ ਜਾਂਦਾ। ਹੁਕਮੇ ਊਚ ਨੀਚ ਵਿਵਹਾਰ। ਪਰਮਾਤਮਾ ਦੇ ਹੁਕਮ ਅਨੁਸਾਰ ਹੀ ਕੋਈ ਵਧੀਆ ਵਿਹਾਰ ਕਰ ਰਿਹਾ, ਕੋਈ ਘਟੀਆ, ਊਚ ਉੱਚਾ, ਨੀਚ ਨੀਵਾਂ, ਆ ਵਧੀਆ ਘਟੀਆ। ਪਰਮਾਤਮਾ ਦੇ ਹੁਕਮ ਦੀ ਜੀਵ, ਕਈ ਜੀਵ ਵਧੀਆ ਦੂਜੇ ਨਾਲ ਵਿਹਾਰ ਕਰਦੇ ਨੇ, ਕਈ ਘਟੀਆ ਵਿਹਾਰ ਕਰਦੇ। ਹੁਕਮੇ ਅਨੇਕ ਰੰਗ ਪ੍ਰਕਾਰ। ਪਰਮਾਤਮਾ ਦੇ ਹੁਕਮ ਅਨੁਸਾਰ ਹੀ ਅਨੇਕਾਂ ਰੰਗਾਂ ਦੇ, ਅਨੇਕਾਂ ਕਿਸਮਾਂ ਦੀਆਂ ਇਹ ਚੀਜ਼ਾਂ ਬਣੀਆਂ ਹੋਈਆਂ ਹਨ। ਅਨੇਕਾਂ ਪ੍ਰਕਾਰ, ਅਨੇਕਾਂ ਰੰਗਾਂ। ਕਰ ਕਰ ਦੇਖੈ ਆਪਣੀ ਵਡਿਆਈ। ਪਰਮਾਤਮਾ ਨੇ ਚੀਜ਼ਾਂ ਬਣਾਈਆਂ ਨੇ, ਇਹਨੇ ਬਣਾਈਆਂ ਹੋਈਆਂ 'ਚ ਇਹ ਉਹਦੀ ਵਡਿਆਈ ਹੈ। ਉਹਨੇ ਇੰਨਾ ਕੁਛ ਬਣਾਇਆ, ਉਹ ਆਪਣੀ ਵਡਿਆਈ ਨੂੰ ਇਹ ਚੀਜ਼ਾਂ ਬਣਾ ਬਣਾ ਕੇ ਵੇਖਦਾ ਹੈ। ਭਾਵ ਜੋ ਉਸਨੇ ਬਣਾਇਆ ਹੈ ਫਿਰ ਉਸ ਨੂੰ ਬੜੇ ਧਿਆਨ ਨਾਲ ਵੇਖਦਾ ਹੈ, ਉਹਦੀ ਦੇਖਭਾਲ ਵੀ ਕਰਦਾ ਹੈ। ਇਹ ਨਹੀਂ ਕਿ ਨਿਰੇ ਬਣਾ 'ਤੇ। ਜੇ ਬਹੁਤ ਸਾਰੇ ਲੋਕ ਨੇ ਬੱਚੇ ਪੈਦਾ ਕਰਦੇ ਨੇ ਪਰ ਉਹਨਾਂ ਦੀ ਦੇਖਭਾਲ ਨਹੀਂ ਕਰਦੇ। ਆਪ ਸ਼ਰਾਬਾਂ ਪੀ ਲਈਆਂ, ਨਸ਼ੇ ਕਰ ਲਏ, ਰਾਤ ਨੂੰ 10-11 ਵਜੇ ਆ ਰਹੇ ਨੇ, ਵਿੰਗ ਚਲਿੰਗੇ ਤੁਰੇ ਆ ਰਹੇ ਨੇ। ਨਾ ਬੱਚਿਆਂ ਦਾ ਫਿਕਰ, ਨਾ ਕਿਸੇ ਨੂੰ ਕੋਈ ਕਿਤਾਬ ਲੈ ਕੇ ਦੇਣ ਦਾ ਫਿਕਰ ਹੈ, ਨਾ ਕੋਈ ਫੀਸ ਦਾ ਫਿਕਰ ਹੈ, ਨਾ ਕੋਈ ਕਦੇ ਸਕੂਲ ਜਾ ਕੇ ਬੱਚਿਆਂ ਬਾਰੇ ਪੁੱਛਿਆ ਵੀ ਸਾਡਾ ਬੱਚਾ ਸਕੂਲ ਆਉਂਦਾ ਕਿ ਨਹੀਂ, ਪੜ੍ਹਾਈ ਕਰਦਾ ਕਿ ਨਹੀਂ। ਜੰਮ ਜ਼ਰੂਰ ਦਿੱਤੇ ਪਰ ਪਾਲਣੇ ਨਹੀਂ ਆਉਂਦੇ, ਧਿਆਨ ਨਹੀਂ ਕਰਦੇ। ਪਰਮਾਤਮਾ ਜੋ ਬਣਾਇਆ ਉਸਨੇ ਉਹਦਾ ਧਿਆਨ ਵੀ ਰੱਖਦਾ, ਉਹਦਾ ਧਿਆਨ ਵੀ ਰੱਖਦਾ। ਨਾਨਕ ਸਭ ਮੈਂ ਰਿਹਾ ਸਮਾਈ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੈ, ਭਾਵ ਸਾਰਿਆਂ ਦੇ ਵਿੱਚ ਵਸਦਾ ਹੈ। ਇਹ ਨਹੀਂ ਕੋਈ ਨੇ ਚੀਜ਼ ਬਣਾਈ ਹੈ ਅਤੇ ਆਪ ਕਿਤੇ ਅਤੇ ਚੀਜ਼ ਕਿਤੇ ਹੈ ਨਾ। ਪਰਮਾਤਮਾ ਨੇ ਜੋ ਬਣਾਇਆ ਉਹਦੇ ਵਿੱਚ ਹੀ ਆਪ ਬੈਠਾ ਹੋਇਆ ਹੈ, ਉਹਦੇ ਵਿੱਚ ਹੀ ਬੈਠਾ। ਕੀੜਾ ਬਣਾਇਆ, ਕੀੜੇ 'ਚ ਵੀ ਪਰਮਾਤਮਾ। ਬੰਦਾ ਬਣਾਇਆ, ਬੰਦੇ 'ਚ ਵੀ ਹੈ, ਹਾਥੀ 'ਚ ਵੀ ਹੈ, ਘੋੜੇ 'ਚ ਵੀ। ਭਾਵ ਜਿੰਨੀਆਂ ਕਹਿੰਦੇ 84 ਲੱਖ ਜਿਹੜੇ ਸਾਰੀਆਂ ਜੂਨੀਆਂ ਦੇ ਵਿੱਚ ਪਰਮਾਤਮਾ ਬੈਠਾ, ਹਰ ਇੱਕ ਦੇ ਵਿੱਚ ਬੈਠਾ। ਅੱਗੇ ਕਹਿੰਦੇ ਪ੍ਰਭ ਭਾਵੈ ਮਨੁੱਖ ਗਤ ਭਾਵੈ। ਪਰਮਾਤਮਾ ਚਾਹੇ ਤਾਂ ਮਨੁੱਖ ਨੂੰ ਗਤੀ ਪ੍ਰਾਪਤ ਹੋ ਜਾਂਦੀ, ਮੁਕਤੀ ਪ੍ਰਾਪਤ ਹੋ ਜਾਂਦੀ। ਇਹ ਜੀਵਨ ਮੁਕਤ ਹੋ ਜਾਂਦਾ, ਇਹਨੂੰ ਫਿਰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਜਿਹਨੂੰ ਦੁਬਾਰਾ ਜਨਮ ਨਾ ਲੈਣਾ ਪਿਆ ਉਹਨੂੰ ਕਹਿੰਦੇ ਬੰਦਾ ਜੀ ਅਮਰ ਹੋ ਗਿਆ ਹੈ, ਉਹ ਅਮਰ ਹੋ ਜਾਂਦਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਉਹਦੀ ਜਿਹੜੀ ਆਤਮਾ ਹੈ ਉਹ ਸਰਬ ਵਿਆਪਕ ਹੋ ਜਾਂਦੀ। ਸਰੀਰ ਕਈ ਵਾਰੀ ਸਾਰੇ ਥਾਵਾਂ 'ਤੇ ਨਹੀਂ ਜਾ ਸਕਦਾ, ਪਰ ਆਤਮਾ ਤਾਂ ਸਭ ਥਾਵਾਂ 'ਤੇ ਜਾ ਸਕਦੀ ਹੁੰਦੀ। ਪ੍ਰਭ ਭਾਵੈ ਮਨੁੱਖ ਗਤ ਭਾਵੈ। ਪਰਮਾਤਮਾ ਨੇ ਚੰਗਾ ਲੱਗੇ ਤਾਂ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਜੇ ਪਰਮਾਤਮਾ ਚਾਹੇ ਉਹ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਰਾਮਚੰਦਰ ਜੀ ਮਹਾਰਾਜ ਨੇ ਲੰਕਾ ਜਾਣਾ, ਰਾਹ 'ਚ ਸਮੁੰਦਰ ਹੈ, ਪੁਲ ਬਣਾਉਣਾ ਹੈ। ਹੁਣ ਕੀਤਾ ਕੀ ਜਾਵੇ, ਸਮੁੰਦਰ 'ਤੇ ਪੁਲ ਬਣਾਉਣਾ। ਹਨੂੰਮਾਨ ਨੂੰ ਕਹਿੰਦੇ, ਹਨੂੰਮਾਨ ਬਹੁਤ ਤਾਕਤਵਰ ਸੀ, ਉਹ ਵੱਡੇ ਵੱਡੇ ਪੱਥਰ ਚੱਕ ਸਕਦੇ ਸੀ। ਕਹਿੰਦੇ ਲਿਆ ਪੱਥਰ ਬਈ, ਪੱਥਰ ਲੈ। ਕਹਿ ਲਿਖੇ ਤੇ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਨਾਮ ਰਾਮ ਵੀ ਹੈ। ਇਹ ਨਾ ਸਮਝੋ ਕਿ ਰਾਮ ਸ਼ਬਦ ਰਾਮਚੰਦਰ ਤੋਂ ਸ਼ੁਰੂ ਹੈ, ਨਹੀਂ।
ਇਹ ਰਾਮ ਸ਼ਬਦ ਪਹਿਲਾਂ ਤੋਂ ਹੀ ਹੈ। ਰਾਮ ਪਰਮਾਤਮਾ ਨੂੰ ਵੀ ਕਹਿੰਦੇ ਨੇ ਅਤੇ ਰਾਮ ਚੰਦਰ ਜੀ ਨੂੰ ਵੀ ਕਹਿੰਦੇ ਨੇ। ਪਰ ਰਾਮ ਚੰਦਰ ਜੀ ਕਹਿ ਰਹੇ ਸੀ ਰਾਮ ਲਿਖ ਅਤੇ ਸੁੱਟਦੇ ਸਮੁੰਦਰ 'ਚ। ਉਹ ਵੱਡੇ ਵੱਡੇ ਪੱਥਰ ਰਾਮ ਲਿਖ ਕੇ ਸਮੁੰਦਰ ਸੁੱਟੀ ਜਾਂਦਾ, ਪੱਥਰ ਉੱਤੇ ਤਰੀ ਜਾਂਦੇ, ਡੁੱਬੇ ਨਹੀਂ ਹੈਗੇ, ਡੁੱਬੇ ਨਹੀਂ। ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ। ਜਿੰਨਾ ਵਿਸ਼ਵਾਸ ਹੁੰਦਾ ਉਹ ਕਿ ਜੇ ਪੱਥਰ ਨਹੀਂ ਡੁੱਬੇ ਤਾਂ ਅਸੀਂ ਨਾਮ ਜਪਣ ਵਾਲੇ ਕਿਵੇਂ ਡੁੱਬ ਸਕਦੇ ਹਾਂ। ਅਤੇ ਦੂਜਾ ਪੱਥਰ ਦਾ ਮਤਲਬ ਹੈ ਉਹ ਲੋਕ ਜਿਹੜੇ ਪੱਥਰ ਦਿਲ ਹਨ, ਜਿਨ੍ਹਾਂ ਨੂੰ ਕਿਸੇ 'ਤੇ ਕੋਈ ਤਰਸ ਭਾਵਨਾ ਨਹੀਂ ਆਉਂਦੀ। ਜੇ ਪਰਮਾਤਮਾ ਚਾਹੇ ਤਾਂ ਉਹਨਾਂ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਰਾਜਸਥਾਨ ਦੇ ਵਿੱਚ ਇੱਕ ਜੌਹੜ ਹੈ ਜੋਗੀਆਂ ਦਾ। ਗੁਰੂ ਮਹਾਰਾਜ ਅਤੇ ਮਰਦਾਨਾ ਜੀ ਉੱਥੇ ਚਲੇ ਗਏ। ਉੱਥੇ ਜੋਗੀ ਨੇ ਪਾਣੀ ਦੇ ਉੱਤੇ ਤਰ ਰਹੇ ਨੇ। ਗੁਰੂ ਮਹਾਰਾਜ ਕੋਲ ਆ ਗਏ, ਵਿਚਾਰ ਵਟਾਂਦਰਾ ਕਰ ਲਈ। ਪਹਿਲਾਂ ਤਰਦੇ ਰੋਹ ਪਾਣ ਲਈ ਵੀ ਅਸੀਂ ਪਾਣੀ 'ਤੇ ਬੈਠ ਕੇ ਤਰ ਸਕਦੇ। ਚੌਂਕੜੀ ਮਾਰੀ ਹੋਈ ਹੈ, ਪਾਣੀ ਦੇ ਉੱਤੇ ਤੁਰ ਫਿਰ ਰਹੇ। ਗੁਰੂ ਮਹਾਰਾਜ ਮਰਦਾਨੇ ਨੂੰ ਕਹਿੰਦੇ, ਮਰਦਾਨਾ ਜੀ ਆ ਚੱਕੋ ਪੱਥਰ, ਸੁੱਟੋ ਪਾਣੀ 'ਚ। ਇਹ ਜੋਗੀਆਂ ਦੇ ਕੋਲ ਜਦੋਂ ਮਰਦਾਨਾ ਜੀ ਨੇ ਗੁਰੂ ਮਹਾਰਾਜ ਨਾਂ ਲੈ ਕੇ ਪੱਥਰ ਸੁੱਟਣਾ, ਪੱਥਰ ਤਰਨ ਲੱਗ ਗਿਆ। ਕਾ ਦੂਜਾ ਵੀ ਸੁੱਟ ਦੇ, ਉਹ ਵੀ ਤਰਨ ਲੱਗ ਗਿਆ। ਜੋਗੀ ਢਿੱਲੇ ਜਿਹੇ ਪੈ ਗਏ। ਜੋਗੀ ਢਿੱਲੇ ਪੈ ਗਏ ਵੀ ਹੈ ਇਹ ਤਾਂ ਸਾਡੇ 'ਤੇ ਵੀ ਕੂਪਰ ਆ ਗਿਆ। ਅਸੀਂ ਤਾਂ ਫਿਰ ਜਿਉਂਦੇ ਜਾਗਦੇ ਹਾਂ, ਇਹ ਤਾਂ ਪੱਥਰ। ਨਾਮ ਦੇ ਵਿੱਚ ਇਤਨੀ ਤਾਕਤ ਹੁੰਦੀ ਹੈ, ਨਾਮ 'ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਨਾਮ 'ਚ ਉਨੀ ਹੀ ਤਾਕਤ ਹੈ ਜਿੰਨੀ ਪਰਮਾਤਮਾ 'ਚ ਤਾਕਤ ਹੈ। ਜਦੋਂ ਤਾਂ ਅਸੀਂ ਇਸ ਤਰ੍ਹਾਂ ਸੁਣ ਲੈਂਦੇ ਫਿਰ ਤਾਂ ਜੀ ਕਦਾ ਹਰ ਵਕਤ ਨਾਮ ਜਪੀਓ, ਚੱਕ ਦਿਓ ਫਟੇ। ਅੱਧੇ ਘੰਟੇ ਰੋਟੀ ਖਾ ਕੇ ਸਭ ਭੁੱਲ ਜਾਣਾ ਹੈ, ਸਭ ਭੁੱਲ ਜਾਣਾ ਹੈ। ਅੱਜ ਨਾ ਤੁਸੀਂ ਸੁਣ ਰਹੇ ਹੋ, ਤੁਸੀਂ ਕਹਿੰਦੇ ਹਾਂ ਬਈ ਵਾਕਿਆ ਵੀ ਨਾਮ ਤਾਕਤ ਹੈ ਬੜੀ, ਜਪਾਂਗੇ ਵੱਧ ਤੋਂ ਵੱਧ। ਹੁਣ ਜਿੰਨਾ ਚਿਰ ਤਾਂ ਤੁਸੀਂ ਸੁਣ ਰਹੇ ਹੋ ਇਹ ਗੁਰੂ ਮਹਾਰਾਜ ਦੀ ਗੱਲ ਸੁਣ ਰਹੇ ਹੋ, ਬਾਣੀ ਸੁਣ ਰਹੇ ਹੋ। ਇਸ ਵੇਲੇ ਸਾਤਵਿਕ ਤੁਹਾਡੀ ਅਵਸਥਾ ਹੈ। ਬੜਾ ਜੀਅ ਕਰਦਾ ਭਜਨ ਬੰਦਗੀ ਕਰਨ ਨੂੰ, ਭਜਨ ਬੰਦਗੀ ਕਰਾਂਗੇ। ਫਿਰ ਜਦੋਂ ਅਸੀਂ ਸੰਸਾਰੀ ਹੋ ਜਾਂਦੇ ਹਾਂ, ਫਿਰ ਸੰਸਾਰੀਆਂ ਵਾਲੀ ਗੱਲਾਂ ਸਾਨੂੰ ਯਾਦ ਰਹਿੰਦੀਆਂ, ਰੱਬ ਦੀਆਂ ਗੱਲਾਂ ਭੁੱਲ ਜਾਂਦੀਆਂ। ਜਦੋਂ ਕਦੇ ਫਿਰ ਯਾਦ ਆਉਂਦੇ ਫਿਰ ਅਸੀਂ ਲੱਗ ਜਾਣਾ ਵਾਹਿਗੁਰੂ ਕਰਨ। ਜੇ ਸਦਾ ਹੀ ਯਾਦ ਰਹੇ, ਫਿਰ ਤਾਂ ਇਸੇ ਜਨਮ 'ਚ ਹੀ ਗੱਲ ਬਣ ਸਕਦੀ ਹੈ ਨਾ। ਪਰ ਮੈਂ ਦੇਖਿਆ ਕਿੰਨਾ ਸਮਾਂ ਵਾਹਿਗੁਰੂ ਕਰਨਾ ਭੁੱਲਿਆ ਰਹਿੰਦਾ। ਫਿਰ ਅਚਾਨਕ ਖਿਆਲ ਆਉਂਦਾ ਉਹ ਵੀ ਯਾਰ ਵਿਹਲੇ ਸੀ, ਫਜ਼ੂਲ ਦੇ ਹੀ ਸੋਚੀ ਗਏ। ਵਿਹਲੇ ਵੀ ਸੀ। ਹੁਣ ਬੰਦਾ ਨਹਾ ਰਿਹਾ, ਅੱਧਾ ਘੰਟਾ ਤੈਨੂੰ ਲੱਗਦੇ ਨਹਾਉਣ ਦੇ। ਕਿੰਨੇ ਕੁ ਨੇ ਜਿਹੜਾ ਅੱਧਾ ਘੰਟਾ ਵਾਹਿਗੁਰੂ ਨਾਲ ਕਰੀ ਜਾਂਦੇ ਨੇ। ਕੋਈ ਨਾ ਕੋਈ ਸੋਚੀ ਜਾਂਦਾ, ਕੋਈ ਸੋਚੀ ਜਾਂਦਾ। ਹੁਣ ਉਹ ਅੱਧਾ ਘੰਟਾ ਐਵੇਂ ਹੀ ਲੰਘਾਤਾ। ਉੱਠੇ ਵੀ 3 ਵਜੇ, ਅੱਧਾ ਪੌਣਾ ਘੰਟਾ ਨਹਾਉਣ ਧੋਣ ਤਿਆਰ ਹੋਣ 'ਤੇ ਲਾਤਾ, ਵਾਹਿਗੁਰੂ ਕਿਹਾ ਹੀ ਨਹੀਂ। ਇਹ ਤਾਂ ਕੋਈ ਜ਼ਰੂਰੀ ਨਹੀਂ ਵੀ ਚੌਂਕੜੀ ਮਾਰ ਕੇ ਵਾਹਿਗੁਰੂ ਕਰਨਾ। ਜਦੋਂ ਉੱਠ ਪਏ ਉਹਦੀ ਲੱਗ ਜਾਓ। ਵਾਹਿਗੁਰੂ ਕਰਦੇ ਹੀ ਗੁਸਲਖਾਨੇ ਨੂੰ ਜਾਓ, ਅਤੇ ਵਾਹਿਗੁਰੂ ਕਰਦੇ ਹੀ ਇਸ਼ਨਾਨ ਕਰੋ, ਅਤੇ ਵਾਹਿਗੁਰੂ ਕਰਦੇ ਤਿਆਰ ਹੋ ਜਾਓ, ਅਤੇ ਫਿਰ ਚੌਂਕੜੀ ਮਾਰ ਕੇ ਵਾਹਿਗੁਰੂ ਕਰੋ। ਪਰ ਨਾ ਭੁੱਲ ਜਾਂਦਾ। ਹੁਣ ਕਈ ਸਵੇਰੇ ਕੋਸ਼ਿਸ਼ ਕਰਨਗੇ ਨਹਾਉਂਦੇ ਵਾਹਿਗੁਰੂ, ਸਵਾਲ ਹੀ 5-7 ਮਿੰਟਾਂ ਵਿੱਚ ਗੱਲ ਭੁੱਲ ਜਾਣੀ। ਹੋਰ ਕੋਈ ਜਿਹੜਾ ਹੈ ਘਰ ਦਾ ਕੋਈ ਝੰਜਟ, ਕੋਈ ਚਿੰਤਾ, ਉਹ ਸ਼ੁਰੂ ਹੋ ਜਾਣੀ। ਧਿਆਨ ਉੱਧਰ ਨੂੰ ਹੋ ਜਾਂਦਾ ਬੰਦੇ ਦਾ। ਸੋ ਗੁਰੂ ਮਹਾਰਾਜ ਪਰਮਾਤਮਾ ਜਿਹੜਾ ਹੈ ਉਹ ਜੇ ਚਾਹੇ ਤਾਂ ਉਹ ਪੱਥਰਾਂ ਨੂੰ ਵੀ ਤਾਰ ਸਕਦਾ ਹੈ। ਇਹ ਨਹੀਂ ਕਦੇ ਸੋਚਣਾ ਮੈਂ ਤਾਂ ਜੀ ਪਾਪੀ ਰਿਹਾ, ਮੈਂ ਤਾਂ ਬੜੇ ਮਾੜੇ ਕੰਮ ਕੀਤੇ ਨੇ, ਮੇਰਾ ਕਿਵੇਂ ਪਾਰ ਉਤਾਰਾ ਹੋ ਸਕਦਾ। ਨਹੀਂ, ਸਾਡਾ ਕੰਮ ਹੈ ਭਜਨ, ਸੱਚੇ ਦਿਲੋਂ ਲੱਗ ਜਾਓ ਭਜਨ ਬੰਦਗੀ ਕਰਨ। ਜਦੋਂ ਪਰਮਾਤਮਾ ਦੇਖੇਗਾ ਕਿ ਜਿਹੜਾ ਪਹਿਲਾਂ ਇਹ ਪਾਪ ਕਰਦਾ ਸੀ ਹੁਣ ਇਹ ਛੱਡ ਬੈਠਾ ਹੈ, ਉਹ ਕੁਝ ਮਹੀਨੇ ਉਡੀਕੇਗਾ। ਜਦ ਦੇਖੇਗਾ ਕਿ ਵਾਕਈ ਇਸ ਨੇ ਛੱਡ ਦਿੱਤਾ ਹੈ, ਤਾਂ ਗੁਰਬਾਣੀ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਪਰਮਾਤਮਾ ਪਿਛਲੇ ਔਗਣ ਬਖਸ਼ ਦਿੰਦਾ। ਸ਼ਰਤ ਇੱਕੋ ਹੈ ਕਿ ਮੁੜ ਕੇ ਨਹੀਂ ਉਹ ਕਰਨਾ, ਮੁੜ ਕੇ ਨਹੀਂ ਕਰਨਾ। ਜੋ ਹੋ ਗਏ ਉਹਨਾਂ ਦੀ ਚਿੰਤਾ ਨਹੀਂ ਕਰਨੀ।
ਜਿਹੜਾ ਪਰਮਾਤਮਾ ਦੇ ਕੋਟ ਪਾਪ ਖੋਵੇ, ਇੱਕ ਦਾ ਪਾਪ ਨਹੀਂ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਜੇ ਪਰਮਾਤਮਾ ਦਾ ਨਾਮ ਜਪਿਆ ਜਾਵੇ। ਇੱਕ ਦੇ ਪਾਪ ਦੀ ਕਿਹੜੀ ਗੱਲ ਹੈ? ਅੱਗੇ ਤਾਂ ਪਾਪ ਕਰਨੇ ਬੰਦ ਕਰ ਦਿਓ, ਤੋਬਾ ਕਰ ਲਓ ਅਤੇ ਨਾਮ ਜਪੀ ਜਾਓ। ਜਿੰਨੇ ਜਨਮਾਂ ਦੇ ਕੋਈ ਪਾਪ ਕੀਤੇ ਸਨ ਸਾਰੇ ਹੀ ਪਰਮਾਤਮਾ ਦੇ ਨਾਮ ਨਾਲੋਂ ਖਤਮ ਹੋ ਜਾਂਦੇ। ਇਸ ਲਈ ਜਿੰਨਾ ਵੀ ਸਮਾਂ ਮਿਲੇ ਜ਼ਰੂਰ ਭਜਨ ਬੰਦਗੀ ਕਰਨੀ ਚਾਹੀਦੀ ਹੈ। ਭਜਨ ਬੰਦਗੀ ਕਰਨ ਨਾਲ ਬੰਦਾ ਚੜ੍ਹਦੀਆਂ ਕਲਾਂ 'ਚ ਰਹਿੰਦਾ ਹੈ। ਅੱਜ ਜਿਹੜੇ ਨਹੀਂ ਭਜਨ ਬੰਦਗੀ ਕਰਦੇ ਅਤੇ ਹਰ ਵਕਤ ਕਰੋਨਾ 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 ਸੁਣੀ ਗਏ, ਉਹ ਕਿੰਨੇ ਲੋਕ ਡਿਪਰੈਸ਼ਨ 'ਚ ਚਲੇ ਗਏ, ਅਪਸੈਟ ਹੋ ਗਏ ਨੇ। ਉਹ ਜੇ ਕਿਤੇ ਭਜਨ ਬੰਦਗੀ ਕਰਦੇ ਹੁੰਦੇ ਤਾਂ ਉਹਨਾਂ TV ਟੂਵੀ ਜਿਹਾ ਬੰਦ ਕਰਕੇ ਭਜਨ ਬੰਦਗੀ ਵਾਲੇ ਪਾਸੇ ਲੈ ਧਿਆਨ ਦੂਜੇ ਪਾਸੇ ਹੋ ਜਾਣਾ ਸੀ। ਦੁੱਖ ਵੱਲੋਂ ਧਿਆਨ ਹਟਾਵਾਂਗੇ ਤਾਂ ਹੀ ਦੁੱਖ ਦਾ ਖਿਆਲ ਹਟੇਗਾ ਨਾ। ਮੰਨ ਲਓ ਕੋਈ ਬੰਦਾ ਬਿਮਾਰ ਹੈ, ਹਸਪਤਾਲ ਦਾਖਲ ਹੈ, ਮੈਂ ਉਹਦਾ ਪਤਾ ਕਰਨ ਚਲਿਆ ਗਿਆ। ਜੇ ਮੈਂ ਉੱਥੇ ਬੈਠਾ ਵੀ ਉਹਦੀ ਬਿਮਾਰੀ ਦੇ ਦੁੱਖਾਂ ਦੀ ਗੱਲਾਂ ਕਰੀ ਜਾਵਾਂਗੇ, ਉਹਨੂੰ ਤਾਂ ਕੋਈ ਰਾਹਤ ਨਹੀਂ ਮਿਲਣੀ। ਜੇ ਮੈਂ ਕੋਈ ਹੋਰ ਗੱਲਾਂ ਕਰਾਂਗਾ, ਕੋਈ ਧਰਮ ਦੀ ਗੱਲ ਕਰਾਂਗਾ, ਕੋਈ ਹੋਰ ਗੱਲ ਸੁਣਾਵਾਂਗਾ, ਉਹਦਾ ਓਨਾ ਸਮਾਂ ਧਿਆਨ ਬਿਮਾਰੀ ਵੱਲੋਂ ਹਟਿਆ ਰਹੇਗਾ। ਅਤੇ ਜਿੰਨਾ ਸਮਾਂ ਬੈਠਾ ਰਹੇਗਾ, ਜੋ ਧਿਆਨ ਦੂਜੇ ਪਾਸੇ ਰਹੇਗਾ, ਉਹਨੂੰ ਥੋੜ੍ਹੀ ਦੇਰ ਸੁੱਖ ਸ਼ਾਂਤੀ ਮਿਲੇਗੀ। ਇਹ ਨਹੀਂ ਕਿ ਤੁਸੀਂ ਹਸਪਤਾਲ ਜਾ ਕੇ ਉਹਨੂੰ ਸਗੋਂ ਕਹੋ ਇਹ ਬੜੀ ਭੈੜੀ ਬਿਮਾਰੀ ਹੈ ਜੀ, ਜਿਹਨੂੰ ਕਰੋਨਾ ਹੋ ਜਾਏ 4 ਦਿਨਾਂ 'ਚ ਹੀ ਮਰ ਜਾਂਦਾ ਜੀ। ਹਾਂ ਪ੍ਰਭਾਵ ਜੇ ਇਹੋ ਜਿਹੀ ਗੱਲਾਂ ਕਰੀ ਜਾਓਗੇ ਤਾਂ ਫਿਰ ਕਿਆ, ਉਹਨੂੰ ਤਾਂ ਸਗੋਂ ਬਿਮਾਰੀ ਯਾਦ ਆਵੇ। ਮਤਲਬ ਧਿਆਨ ਹਟਾਉਣਾ ਹੁੰਦਾ। ਕਿਸੇ ਸਾਧੂ ਸੰਤ ਦੇ ਸ਼ਬਦ ਅਤੇ ਡਾਕਟਰ ਦੇ ਸ਼ਬਦਾਂ ਬੜੀ ਤਾਕਤ ਹੁੰਦੀ ਹੈ। ਲੈ ਡਾਕਟਰ ਕਹਦੇ ਭਾਈ ਇਹ ਨਹੀਂ ਬਚਦਾ, ਜੇ ਉਹਨੇ ਬਚ ਵੀ ਜਾਣਾ ਸੀ ਨਾ ਤਾਂ ਵੀ ਹੋ ਜਾਵੇ, ਡਾਕਟਰ ਕਦੇ ਨਹੀਂ ਬਚਦਾ, ਮਰ ਜਾਏਗਾ। ਇਸ ਤਰ੍ਹਾਂ ਕੋਈ ਸੰਤ ਮਹਾਤਮਾ ਵੀ ਕਹਦੇ ਨਾ ਬੀਬਾ ਜੀ ਆ ਤੁਹਾਡਾ ਘਰ ਤਾਂ 15-20 ਮਿੰਟ ਜਮੇਗਾ, ਦੱਸੋ ਉਹ ਉਸਦਾ 15 ਮਿੰਟ ਵੀ ਨਾ ਜਮੇ, ਉਹ ਬਾਬਿਆਂ ਦੇ ਖੜੇ ਖੜੇ ਮਰ ਜਾਏ ਵੀ ਹਾਂ ਮਹਾਂਪੁਰਖਾਂ ਨੇ ਕਹਤਾ ਹੁਣ ਨਹੀਂ ਬਚਦਾ। ਡਾਕਟਰ ਕਹਿੰਦਾ ਨਹੀਂ ਭਾਈ ਠੀਕ ਹੋ ਜਾਏਗਾ, ਉਹਨੂੰ ਹੌਸਲਾ ਦੇ ਮਰੀਜ਼ ਨੂੰ। ਕੋਈ ਸੰਤ ਮਾਤਾ ਨਾ ਪਾਇਆ ਤੇ ਇਹਦੀ ਬੜੀ ਲੰਮੀ ਪਈ ਉਮਰ, ਕੁਛ ਨਹੀਂ ਹੁੰਦਾ ਭਾਈ, ਦੁੱਖ ਸੁੱਖ ਆਉਂਦੇ ਨੇ, ਇਹ 5-7 ਦਿਨ ਠੀਕ ਹੋ ਕੇ ਵਾਪਸ ਚਲੇ ਜਾਏਗਾ, ਹੌਸਲਾ ਹੋ ਜਾਂਦਾ। ਮਨੋਵਿਗਿਆਨ ਕਹਿੰਦੇ ਦੁੱਖ ਵੱਲੋਂ ਧਿਆਨ ਹਟਾਉਣਾ ਚਾਹੀਦਾ, ਨਾ ਕਿ ਦੁੱਖ ਦੀਆਂ ਗੱਲਾਂ ਕਰ ਕਰਕੇ ਦੁੱਖ ਵਧਾਉਣਾ ਚਾਹੀਦਾ ਹੈ, ਧਿਆਨ ਹੀ ਹਟਾਉਣਾ। ਜਦੋਂ ਬੱਚੇ ਦਾ ਖੇਡਣ ਤੋਂ ਧਿਆਨ ਹਟ ਜਾਂਦਾ ਹੈ, ਉਸ ਤੋਂ ਬਾਅਦ ਉਹਨੂੰ ਗਰਮੀ ਲੱਗਦੀ ਹੈ। ਜਿੰਨਾ ਚਿਰ ਖੇਡਣ ਧਿਆਨ ਕਦੇ ਨਹੀਂ ਗਰਮੀ ਲੱਗਦੀ, ਪਸੀਨੋ ਪਸੀਨੇ ਹੋ ਰਹੇ ਦੁਪਹਿਰੇ ਖੇਡਣ ਜਵਾਕ ਜੇ ਭਰਗ ਜੇ ਨਹੀਂ। ਜਦੋਂ ਫਿਰ ਹਟ ਜਾਂਦੇ ਖੇਡਣੋਂ, ਫਿਰ ਸਾਡੇ ਭੱਜੇ ਹੁੰਦੇ ਪਾਣੀ ਪੀਣ, ਚਲੋ ਵੀ ਤਾਂ ਗੁਰਦੁਆਰੇ ਦਾ ਠੰਡਾ ਪਾਣੀ ਪੀਣੇ, ਨਹੀਂ ਤਾਂ ਖੇਡ ਰਹੇ। ਇਹ ਧਿਆਨ ਹੈ, ਕਿਸੇ ਪਾਸੇ ਧਿਆਨ ਲਾਉਣਾ, ਕਦੇ ਕਿਸੇ ਪਾਸੇ ਧਿਆਨ ਹਟਾਉਣਾ ਵੀ ਜ਼ਰੂਰੀ ਹੁੰਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਅਤੇ ਜੇ ਪਰਮਾਤਮਾ ਨੂੰ ਚੰਗਾ ਲੱਗੇ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ। ਕੋਈ ਜ਼ਰੂਰੀ ਨਹੀਂ ਕਿ ਸਵਾਸ ਚੱਲਦੇ ਹੁਣ। 4-5 ਸਾਲਾਂ ਦੀ ਗੱਲ ਹੈ, ਖਬਰ ਛਪੀ ਸੀ ਅਖਬਾਰ 'ਚ ਕਿ ਇੱਕ ਬੰਦਾ ਬਰਫ਼ ਦੇ ਤੋਦੇ ਹੇਠਾਂ ਆ ਕੇ ਦਬ ਗਿਆ, ਫੌਜੀ ਸੀ ਉਹ। ਕਈ ਵਾਰ ਉੱਤੋਂ ਬੜਾ ਵੱਡਾ ਬਰਫ਼ ਦਾ ਪਹਾੜ ਹੇਠਾਂ ਡਿੱਗ ਪਿਆ, ਤਿਲਕ ਜਾਂਦਾ, ਉਹਦੇ ਦਬ ਗਿਆ। 25 ਸਾਲਾਂ ਬਾਅਦ ਉਹ ਕਿਸੇ ਕਾਰਨ ਬਰਫ਼ ਦਾ ਤੋਦਾ ਅੱਗੇ ਨੂੰ ਖਿਸਕ ਗਿਆ ਅਤੇ ਉਹ ਬੰਦਾ ਜਿਹੜਾ ਹੈ ਉਹ ਦਿਸ ਪਿਆ। ਉਹਨੂੰ ਹਸਪਤਾਲ ਲੈ ਕੇ ਆਏ, ਡਾਕਟਰਾਂ ਨੇ ਉਹਦਾ ਸਾਹ ਚਾਲੂ ਕਰਤਾ। 25 ਸਾਲ ਦੱਬਿਆ ਰਿਹਾ ਬਰਫ਼ 'ਚ, 25 ਸਾਲਾਂ ਬਾਅਦ ਉਹਨੂੰ ਉਹਦੇ ਸਾਹ ਸੂਹ ਦੇ ਕੇ ਚਾਲੂ ਕਰਤਾ, ਹਾਰਟ ਉਹਦਾ ਉਜੜਦਾ ਹੋ ਗਿਆ। ਇਹ ਵੀ ਪਰਮਾਤਮਾ ਦੀ ਮਰਜ਼ੀ ਹੈ। ਉਹ ਬਿਨਾਂ ਸਵਾਸਾਂ ਦੇ ਵੀ ਰੱਖ ਸਕਦਾ ਹੈ, ਕਿਉਂਕਿ ਉਹ ਸਮਰੱਥ ਹੈ। ਸਵਾਸ ਦੇਣ ਵਾਲਾ ਵੀ ਉਹ ਹੈ ਅਤੇ ਸਵਾਸ ਵਾਪਸ ਲੈਣ ਵਾਲਾ ਵੀ ਉਹੀ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਭਾਖੈ ਦਾ ਬੋਲਣਾ ਉਚਾਰਨਾ। ਪਰਮਾਤਮਾ ਨੂੰ ਜੇ ਚੰਗਾ ਲੱਗੇ ਤਾਂ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਹੈ। ਇਹ ਪਰਮਾਤਮਾ ਦੇ ਗੁਣ ਗਾਉਂਦਾ, ਗੁਣਾਂ ਦਾ ਉਚਾਰਨ ਕਰਦਾ। ਜਿਹੜਾ ਜੀਵ ਪਰਮਾਤਮਾ ਨੂੰ ਚੰਗਾ ਲੱਗੇ ਨਾ, ਉਹ ਫਿਰ ਜੀਵ ਪਰਮਾਤਮਾ ਦੇ ਗੁਣ ਗਾਉਂਦਾ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਪਰਮਾਤਮਾ ਚਾਹੇ ਤਾਂ ਪਾਪੀਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ।
ਕਿੱਡੇ ਵੱਡੇ ਕਿਉਂ ਨਾ ਪਾਪ ਕੀਤੇ ਹੋਣ। ਹੁਣ ਪਰਮਾਤਮਾ ਨੇ ਗੁਰੂ ਨਾਨਕ ਦੇਵ ਨੂੰ ਭੇਜਿਆ, ਜਾਈ ਜਰਾ ਸੱਜਣ ਠੱਗ ਕੋਲ। ਗੁਰੂ ਮਹਾਰਾਜ ਗਏ, ਕਿਉਂਕਿ ਕਈ ਵਾਰੀ ਮਰਦਾਨਾ 'ਚ ਪੁੱਛਦੇ, ਬਾਬਾ ਜੀ ਅੱਜ ਬੜਾ ਤੇਜ਼ ਤੇ ਚੱਲ ਰਹੇ ਹੋ, ਕਿੱਧਰ ਜਾਣਾ? ਕਹਿੰਦੇ ਜਿੱਧਰ ਪਰਮਾਤਮਾ ਲੈ ਜਾਏਗਾ। ਕਿਉਂਕਿ ਬ੍ਰਹਮ ਗਿਆਨੀ ਜਿਹੜਾ ਦਾ ਹਮੇਸ਼ਾ ਪਰਮਾਤਮਾ ਦੇ ਹੁਕਮ 'ਚ ਰਹਿੰਦਾ, ਉਹ ਆਪਣੀ ਮਰਜ਼ੀ ਕੋਈ ਨਹੀਂ ਕਰਦਾ। ਉਹਦੇ 'ਚ ਆਪਣੀ ਮਰਜ਼ੀ ਹੁੰਦੀ ਨਹੀਂ, ਧਿਆਨ ਦੇਣਾ। ਜਿੰਨਾ ਚਿਰ ਆਪਣੀ ਮਰਜ਼ੀ ਹੈ ਤਾਂ ਮਤਲਬ ਉਹਨਾਂ ਚਿਰ ਤਾਂ ਮੈਂ ਹੈ, ਅਤੇ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਹੋ ਸਕਦਾ। ਉੱਥੇ ਦੋ ਹੋਣਗੇ, ਮੈਂ ਅਤੇ ਤੂੰ, ਅਤੇ ਜਿੱਥੇ ਦੋ ਨੇ ਉੱਥੇ ਰੱਬ ਨਾਲ ਮੇਲ ਨਹੀਂ ਹੋ ਸਕਦਾ। ਏਤ ਰਾਹ ਪਤ ਪਵੜੀਆਂ ਚੜ੍ਹੀਏ ਹੋਏ ਅਕੀਸ, ਇੱਕ ਹੋਣਾ ਪੈਣਾ। ਰੱਬ ਦੇ ਰਾਹ ਨੂੰ ਜਿਹੜੀਆਂ ਪੌੜੀਆਂ ਜਾਂਦੀਆਂ, ਕਹਿੰਦੇ ਉਸ 'ਤੇ ਤੁਸੀਂ ਚੜ੍ਹਦੇ ਨਾ, ਤੁਹਾਨੂੰ ਇੱਕ ਹੋਣਾ ਪੈਣਾ। ਜਿਵੇਂ ਦਾਲ ਹੈ, ਛੋਲਿਆਂ ਦਾ ਦਾਣਾ ਇੱਕ ਹੈ, ਜੋ ਦਾਲ ਬਣਾਈ ਉਹ ਦੋ ਹਿੱਸੇ ਹੋ ਗਏ, ਉਹ ਦੋ ਹੋ ਗਏ ਨਾ, ਉਹ ਨਹੀਂ ਉੱਗਣਗੇ। ਦਾਲ ਕਦੇ ਨਹੀਂ ਉੱਗਿਆ ਕਰਦੀ, ਸਾਬਤ ਦਾਣਾ ਉੱਗਦਾ ਹੈ ਇੱਕੋ। ਇਸ ਤਰ੍ਹਾਂ ਜਦੋਂ ਮੈਂ ਵਿੱਚੋਂ ਖਤਮ ਹੋ ਜੇ, ਇਕੱਲਾ ਤੂੰ ਰਹਿ ਜਾਏਗਾ, ਫਿਰ ਸਾਡਾ ਪਰਮਾਤਮਾ ਨਾਲ ਮੇਲ ਹੋ ਸਕਦਾ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਨਹੀਂ ਹੋ ਸਕਦਾ। ਅਜੇ ਅਸੀਂ ਮੈਂ ਅਤੇ ਤੂੰ ਹਾਂ, ਅਸੀਂ ਤੂੰ 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 ਹੀ ਤੂੰ ਹੀ ਤੂੰ ਹੀ ਤੂੰ ਹੀ ਕਰ ਰਹੇ ਹਾਂ। ਪਰ ਕੌਣ ਕਰ ਰਿਹਾ? ਮੈਂ ਕਰ ਰਿਹਾ। ਮੈਂ ਤੂੰ 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 ਕਰ ਰਿਹਾ, ਮੈਂ ਵਾਹਿਗੁਰੂ 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 ਕਰ ਰਿਹਾ। ਇਹ ਤਾਂ ਮਤਲਬ ਦੋ ਨੇ, ਇੱਕ ਕਰਨ ਵਾਲਾ, ਇੱਕ ਜਿਹਦੇ ਬਾਰੇ ਕੀਤਾ ਜਾ ਰਿਹਾ ਹੈ। ਅਤੇ ਜਦੋਂ ਫਿਰ ਹੋ ਗਿਆ ਨਾ ਕਰਨ ਕਰਾਵਣ ਹਾਰ ਸੁਆਮੀ ਆਪਣਾ ਹਾਥ ਸੰਜੋਗੀ, ਉਦੋਂ ਫਿਰ ਉਹਦੇ ਨਾਲ ਮੇਲ ਹੋ ਸਕਦਾ ਹੈ। ਇਸ ਲਈ ਕਹਿੰਦੇ ਪ੍ਰਭਾਵੈ ਤਾਂ ਪਤਿਤ ਉਧਾਰ ਹੈ। ਪਰਮਾਤਮਾ ਜਦੋਂ ਵੱਡੇ ਵੱਡੇ ਪਾਪੀਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਆਪ ਕਰੈ ਆਪਨ ਵਿਚਾਰ, ਉਹ ਆਪ ਹੀ ਜੀਵ ਪੈਦਾ ਕਰਦਾ ਅਤੇ ਆਪੇ ਪੈਦਾ ਕੀਤੇ ਹੋਏ ਜੀਵਾਂ ਦੀ ਵਿਚਾਰ ਵੀ ਕਰਦਾ ਹੈ, ਉਹਨਾਂ ਦੀ ਦੇਖਭਾਲ ਵੀ ਕਰਦਾ, ਉਹਨਾਂ ਦਾ ਖਿਆਲ ਵੀ ਕਰਦਾ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਦੋ ਸਿਰੇ, ਲੋਕ ਪਰਲੋਕ। ਇੱਕ ਸਿਰਾ ਲੋਕ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਦੂਜਾ ਸਿਰਾ ਪਰਲੋਕ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਪਰਮਾਤਮਾ ਲੋਕ ਅਤੇ ਪਰਲੋਕ ਦਾ ਮਾਲਕ ਹੈ, ਲੋਕ ਅਤੇ ਪਰਲੋਕ ਦਾ ਸੁਆਮੀ ਹੈ, ਮਾਲਕ ਹੈ। ਖੇਲੈ ਬਿਕਸੈ ਅੰਤਰਜਾਮੀ। ਪਰਮਾਤਮਾ ਅੰਤਰਜਾਮੀ ਹੈ, ਉਹ ਇਹ ਰਚਨਾ ਰੂਪੀ ਖੇਡ ਖੇਡਦਾ ਹੈ ਅਤੇ ਖੁਸ਼ ਰਹਿੰਦਾ ਹੈ। ਆਹ ਸਾਰੀ ਰਚਨਾ ਪਰਮਾਤਮਾ ਲਈ ਇੱਕ ਖੇਲ ਹੈ, ਇੱਕ ਤਮਾਸ਼ਾ ਹੈ। ਦਸਮ ਪਾਤਸ਼ਾਹ ਨੇ ਲਿਖਿਆ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਤਾਂ ਸੰਸਾਰ ਦਾ ਤਮਾਸ਼ਾ ਵੇਖਣ ਆਇਆ, ਮੈਂ ਇਸ ਤਮਾਸ਼ੇ ਦਾ ਇੱਕ ਹਿੱਸਾ ਨਹੀਂ ਹਾਂ। ਕਿਆ ਰੱਖਣਾ? ਰਹੇ ਉਸ ਤਮਾਸ਼ੇ ਦੇ ਵਿੱਚ ਹੀ, ਪਰ ਉਹ ਤਮਾਸ਼ੇ ਦਾ ਹਿੱਸਾ ਨਹੀਂ ਬਣੇ, ਉਹ ਦੇਖਦੇ ਰਹੇ। ਜਿਵੇਂ ਦੋ ਟੀਮਾਂ ਖੇਡ ਰਹੀਆਂ ਨੇ, ਆਪਾਂ ਵੇਖ ਰਹੇ ਹਾਂ, ਆਪਾਂ ਵੇਖ ਰਹੇ, ਆਪਾਂ ਆਨੰਦ 'ਚ ਇੱਧਰਲੀ ਟੀਮ ਜਿੱਤੀ, ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼, ਤਾੜੀ ਵਜਾ। ਦੂਜਾ ਜਿੱਤੇ, ਉਹਦੀ ਤਾੜੀ ਵਜਾਤੀ। ਜੇ ਅਸੀਂ ਉਹਦਾ ਇੱਕ ਹਿੱਸਾ ਬਣ ਜਾਵਾਂਗੇ ਵੀ ਇਹ ਸਾਡੀ ਟੀਮ ਹੈ, ਇਹ ਬਗਾਨਿਆਂ ਦੀ ਟੀਮ ਹੈ, ਆਪਣੀ ਟੀਮ ਜਦ ਗੋਲ ਕਰੇਗੀ ਤਾੜੀਆਂ ਵਜਾਵਾਂਗੇ, ਜਦ ਦੂਜਾ ਗੋਲ ਕਰੇਗਾ ਮੂੰਹ ਹੇਠਾਂ ਨੂੰ ਕਰ ਲਾਂਗੇ ਵੀ ਕਿਉਂ, ਵੀ ਉਹ ਦੂਜਾ। ਜਦੋਂ ਕੋਈ ਵੀ ਟੀਮ ਸਾਡੀ ਨਹੀਂ ਹੈ, ਇੱਕ ਟੀਮ ਜਿਹੜੀ ਹੈ ਇੰਗਲੈਂਡ ਦੀ ਹੈ, ਦੂਜੀ ਜਰਮਨੀ ਦੀ ਹੈ, ਆਪਾਂ ਤਾਂ ਸਿਰਫ ਖੇਡ ਵੇਖ ਰਹੇ ਹਾਂ, ਆਨੰਦ ਮਾਣ ਰਹੇ ਹਾਂ। ਕਦੇ ਕੋਈ ਜਿੱਤ ਰਿਹਾ, ਕਦੇ ਕੋਈ ਜਿੱਤ ਰਿਹਾ, ਅਸੀਂ ਉਹਦਾ ਹਿੱਸਾ ਨਹੀਂ ਹਾਂ। ਪਰ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਟੀਮ ਖੇਡਦੀ ਹੈ, ਫਿਰ ਅਸੀਂ ਹਿੱਸਾ ਹੋ ਜਾਂਦੇ ਹਾਂ, ਫਿਰ ਅਸੀਂ ਇੱਕ ਹਿੱਸਾ ਹੋ ਜਾਂਦੇ ਹਾਂ। ਉਹ ਤਮਾਸ਼ਾ ਵੇਖਣ ਦਾ ਆਨੰਦ ਨਹੀਂ ਰਹਿੰਦਾ। ਦਸਮ ਪਾਤਸ਼ਾਹ ਕਹਿੰਦੇ ਮੈਂ ਤਾਂ ਸੰਸਾਰ ਦਾ ਤਮਾਸ਼ਾ ਵੇਖਣ ਆਇਆ, ਮੈਂ ਇਸ ਤਮਾਸ਼ੇ ਦਾ ਹਿੱਸਾ ਨਹੀਂ ਹਾਂ। ਕਿਉਂਕਿ ਜੇ ਹਿੱਸਾ ਬਣ ਗਏ ਫਿਰ ਦੁੱਖ ਸੁੱਖ ਹੋਏਗਾ। ਜੇ ਉਹ ਤਮਾਸ਼ੇ ਦਾ ਹਿੱਸਾ ਹੁੰਦੇ ਤਾਂ ਜਦੋਂ ਉਹਨਾਂ ਦੇ
ਵੱਡੇ ਸਾਹਿਬਜ਼ਾਦੇ ਦੋਨੋਂ ਉਹਨਾਂ ਦੇ ਸਾਹਮਣੇ ਸ਼ਹੀਦ ਹੋਏ ਸਨ। ਹੋ ਸਕਦਾ ਨਾ ਮਨ 'ਤੇ ਕੋਈ ਅਸਰ ਪੈਂਦਾ ਵੀ ਮੇਰੇ ਬੱਚੇ ਸ਼ਹੀਦ ਹੋ ਗਏ ਨੇ। ਉਹ ਤਾਂ ਤਮਾਸ਼ਾ ਹੀ ਨਹੀਂ ਸਨ, ਉਹ ਤਾਂ ਸਿਰਫ ਤਮਾਸ਼ਾ ਵੇਖਣ ਆਏ ਸਨ। ਇਸ ਲਈ ਸ਼ਹੀਦ ਹੋ ਗਏ ਤਾਂ ਕੋਈ ਫਰਕ ਨਹੀਂ ਪਿਆ, ਦੋ ਨੀਹਾਂ 'ਚ ਚਿਣੇ ਗਏ ਤਾਂ ਨਹੀਂ ਕੋਈ ਫਰਕ ਪਿਆ। ਕਿਉਂ? ਇਹਨੂੰ ਕਹਿੰਦੇ ਨਿਰਲੇਪ। ਬ੍ਰਹਮ ਗਿਆਨੀ ਹਮੇਸ਼ਾ ਨਿਰਲੇਪ ਹੁੰਦਾ, ਰਹਿੰਦਾ ਇਸ ਸੰਸਾਰ ਵਿੱਚ ਹੀ ਹੈ, ਸੰਸਾਰੀ ਦੀ ਤਰ੍ਹਾਂ ਉਹ ਕੰਮ ਵੀ ਕਰਦਾ ਹੈ, ਪਰ ਉਹ ਨਿਰਲੇਪ ਰਹਿੰਦਾ ਹੈ। ਸੰਸਾਰ ਦੇ ਦੁੱਖ ਸੁੱਖ ਖੁਸ਼ੀ ਗਮੀ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਇਸ ਲਈ ਪਰਮਾਤਮਾ ਅੰਤਰਜਾਮੀ ਹੈ, ਉਹ ਖੇਡ ਰਿਹਾ, ਆਪਣੀ ਖੇਲ ਖੇਲ ਰਿਹਾ ਅਤੇ ਵੇਖ ਕੇ ਖੁਸ਼ ਹੋ ਰਿਹਾ। ਜੋ ਭਾਵੈ ਸੋ ਕਾਰ ਕਰਾਵੈ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਜੀਵਾਂ ਤੋਂ ਕੰਮ ਕਰਵਾ ਲੈਂਦਾ, ਉਹੀ ਜੀਵਾਂ ਤੋਂ ਕਾਰ ਕਰਾਉਂਦਾ ਜੋ ਉਹਨੂੰ ਚੰਗਾ ਲੱਗਦਾ। ਜਿਹੜਾ ਕੰਮ, ਕਾਰ ਮਨੇ ਕੰਮ, ਜੋ ਭਾਵੈ ਸੋ ਕਾਰ ਕਰਾਵੈ। ਜਿਹੜਾ ਵੀ ਕੰਮ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਜੀਵਾਂ ਤੋਂ ਕਰਾ ਲੈਂਦਾ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦਿਖਾਈ ਹੀ ਨਹੀਂ ਦਿੰਦਾ। ਕੋਈ ਐਸਾ ਹੋਰ ਦਿਖਾਈ ਨਹੀਂ ਦਿੰਦਾ ਜਿਹੜਾ ਪਰਮਾਤਮਾ ਵਰਗਾ ਕੋਈ ਹੋਵੇ, ਉਹ ਕੋਈ ਦਿਖਾਈ ਹੋਈ ਨਹੀਂ ਦਿੰਦਾ। ਕਹੋ ਮਾਨੁਖ ਤੇ ਕਿਆ ਹੋਏ ਆਵੇ। ਕਹਿ ਦੱਸੋ ਇਹ ਮਨੁੱਖ ਕੀ ਕਰ ਸਕਦਾ? ਇਹ ਕੀ ਕਰ ਸਕਦਾ? ਜੋ ਤਿਸ ਭਾਵੈ ਸੋਈ ਕਰਾਵੇ। ਉਹ ਤਾਂ ਬੰਦੇ ਤੋਂ ਉਹੀ ਕੁਛ ਕਰਾਉਂਦਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ, ਉਹ ਕਰਾਉਂਦਾ। ਇਸ ਬੰਦੇ ਦੇ ਹੱਥ 'ਤੇ ਕੁਛ ਵੀ ਨਹੀਂ। ਕਹਿ ਦੱਸੋ ਇਸ ਬੰਦੇ ਦੇ ਹੱਥ 'ਤੇ ਕੀ ਹੈ? ਭਾਵੇਂ ਦੇ ਬੰਦੇ ਹੱਥ ਕੁਛ ਵੀ ਨਹੀਂ। ਇਹ ਮਨੁੱਖ ਕੀ ਕਰ ਸਕਦਾ? ਕਹਿੰਦੇ ਕੁਛ ਨਹੀਂ ਕਰ ਸਕਦਾ। ਜੋ ਤਿਸ ਭਾਵੈ ਸੋਈ ਕਰਾਵੇ। ਜਿਹੜਾ ਕੰਮ ਉਹਨੂੰ ਚੰਗਾ ਲੱਗਦਾ ਉਹੀ ਜੀਵਾਂ ਤੋਂ ਕਰਵਾਉਂਦਾ ਹੈ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ। ਜੇ ਬੰਦੇ ਦੇ ਹੱਥ 'ਚ ਕੁਛ ਹੋਵੇ ਨਾ, ਇਹ ਤਾਂ ਸਾਰਾ ਕੁਛ ਹੀ ਲੈ ਲੈ, ਇਹ ਤਾਂ ਸਾਰਾ ਕੁਛ ਹੀ ਲੈ ਲੈ। ਆਹ ਵੀ ਲੈ ਲਾ, ਆਹ ਵੀ ਲੈ ਲਾ, ਆਹ ਵੀ ਲੈ ਲਾ, ਆਹ ਵੀ ਲੈ ਲਾ, ਪਰ ਇਹਦੇ ਸਾਰਾ ਕੁਛ ਇਹਦੇ ਹੱਥ 'ਚ ਵੀ ਨਹੀਂ ਹੈ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ। ਜੋ ਤਿਸ ਭਾਵੈ ਸੋਈ ਕਰੇ। ਪਰ ਜੋ ਪਰਮਾਤਮਾ ਨੂੰ ਪਾਉਂਦਾ ਹੈ ਉਹ ਤਾਂ ਉਹੀ ਕਰਦਾ। ਬੰਦਾ ਤਾਂ ਕਹਿੰਦਾ ਮੈਂ ਆਹ ਲੈ ਲਾਂ, ਆਹ ਲੈ ਲਾਂ, ਆਹ ਹੋਵੇ, ਆਹ ਹੋਵੇ, ਪਰ ਉਹਨੂੰ ਤਾਂ ਮਿਲਣਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਉਸਨੂੰ ਦੇਣਾ ਹੈ। ਇਸ ਲਈ ਸਹਿਜ ਸੁਭਾਅ ਕਰਮ ਕਰਦੇ ਰਹੀਦਾ ਹੈ। ਸਹਿਜ ਸੁਭਾਅ ਕਰਮ ਕਰਦੇ, ਕੋਈ ਵਿਆਕੁਲ ਨਹੀਂ ਹੋਈਦਾ। ਕਰਮ ਕਰਨ ਦਾ ਸਾਨੂੰ ਹੁਕਮ ਹੈ। ਅਸੀਂ ਹੱਥ 'ਤੇ ਹੱਥ ਧਰ ਕੇ ਨਹੀਂ ਬਹਿਣਾ, ਅਸੀਂ ਕਰਮਸ਼ੀਲ ਰਹਿਣਾ ਹੈ। ਪਰ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ ਹੈ। ਜੋ ਉਹਨੇ ਕਰਨਾ ਉਹੀ ਹੋਣਾ। ਸਾਨੂੰ ਕਿਉਂਕਿ ਪਤਾ ਨਹੀਂ ਹੈਗਾ, ਇਸ ਲਈ ਸਾਡਾ ਕੰਮ ਹੈ ਕਰਮ ਕਰਨਾ। ਸਾਡਾ ਕੰਮ ਹੈ ਕਰਮ ਕਰਨਾ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ। ਜੇ ਪਤਾ ਵੀ ਹੋਵੇ ਤਾਂ ਵੀ ਉਹੀ ਹੋਊਗਾ ਜੋ ਪਰਮਾਤਮਾ ਨੇ ਕਰਨਾ, ਫਿਰ ਪਤਾ ਲੱਗ ਜਾਏ। ਹੁੰਦਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ। ਹੋਣੀ ਦਾ ਪਤਾ ਵੀ ਲੱਗੇ, ਹੋਣੀ ਹੋ ਕੇ ਰਹਿੰਦੀ ਹੈ, ਪਰ ਪਤਾ ਲੱਗ ਜੇ ਪਹਿਲਾਂ। ਉਹ ਆ ਹੋਣੀ ਤਾਂ ਬੰਦਾ ਨਹੀਂ ਬਚ ਸਕਿਆ ਕਦਾ, ਹੋਣੀ ਟਲਿਆ ਨਹੀਂ ਕਰਦੇ। ਅਣਜਾਣਤ ਵਿਖਿਆ ਮੈਂ ਰਚਿਆ। ਇਹ ਬੰਦਾ ਅਗਿਆਨੀ ਹੈ। ਜਾਣਤ ਹੁੰਦਾ ਜਾਣਦਿਆਂ ਹੋਇਆਂ, ਅਣਜਾਣਤ ਨਾ ਜਾਣਦਿਆਂ ਹੋਇਆਂ। ਅਣਜਾਣਤ ਵਿਖਿਆ ਮੈਂ ਰਚਿਆ। ਵਿਖਿਆ ਦਾ ਵਿਸ਼ੇ ਵਿਕਾਰ ਬੁਰਾਈਆਂ ਜਿਹੜੀਆਂ ਨੇ, ਇਹ ਅਗਿਆਨੀ ਬੰਦਾ ਹੈ, ਇਹ ਜਾਣਦਾ ਨਹੀਂ ਹੈ, ਇਹ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਹੋਇਆ ਹੈ, ਜਿਹਨੂੰ ਆਪਾਂ ਕਹਿੰਦੇ ਪੁੱਠੇ ਕੰਮਾਂ 'ਚ ਲੱਗਿਆ ਹੋਇਆ। ਜੇ ਜਾਣਤ, ਜੇ ਕਿਤੇ ਜਾਣਦਾ ਹੋਵੇ ਆਪਣਾ ਆਪ ਬਚੇ, ਫਿਰ ਆਪਣੇ ਆਪ ਨੂੰ ਬਚਾ ਲੈ ਮਾੜੇ ਕੰਮਾਂ ਤੋਂ। ਇਹ ਤਾਂ ਅਣਜਾਣਤ ਹੈ, ਇਹ ਤਾਂ ਅਗਿਆਨੀ ਹੈ, ਇਸ ਲਈ ਵਿਸ਼ੇ ਵਿਕਾਰਾਂ 'ਚ ਲੱਗਾ ਹੋਇਆ। ਜੇ ਕਿਤੇ ਜਾਣਦਾ ਹੋਵੇ ਫਿਰ ਆਪਣੇ ਆਪ ਨੂੰ ਬਚਾ ਕੇ ਰੱਖੇ ਵਿਸ਼ੇ ਵਿਕਾਰਾਂ। ਪਰਮੇ ਭੂਲਾ ਦੈ ਦਿਸ ਧਾਵੈ।
ਇਹ ਭਰਮ 'ਚ ਪਿਆ ਹੋਇਆ 10 ਦਿਸ਼ਾਵਾਂ 'ਚ ਭੱਜਿਆ ਫਿਰਦਾ ਹੈ, ਭਟਕ ਰਿਹਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਕਿਉਂਕਿ ਭਰਮ ਹੈ। ਜੇ ਮਿਰਗ ਹੈ, ਜਿਹਨੂੰ ਹਿੰਦੀ ਕਹਿੰਦੇ ਮ੍ਰਿਗ, ਗਰਮੀ ਦਾ ਮੌਸਮ ਹੈ, ਰੇਤਲਾ ਇਲਾਕਾ ਹੈ, ਇਹ ਮ੍ਰਿਗ ਜਿਹੜੇ ਰੇਤਲੇ ਇਲਾਕੇ 'ਚ ਰਹਿੰਦੇ। ਰੇਤਲੇ ਇਲਾਕੇ 'ਚ ਦੁਪਹਿਰੇ ਗਰਮੀ ਪੂਰੀ ਪੈਂਦੀ ਹੈ ਨਾ, ਤੁਸੀਂ ਨੀਵੇਂ ਹੋ ਕੇ ਵੇਖੋ, ਉਹ ਨਾ ਧਰਤੀ ਵਿੱਚ ਭਾਫ਼ ਨਿਕਲ ਰਹੀ ਹੁੰਦੀ ਹੈ, ਉਹ ਦੂਰੋਂ ਉਸ ਭਾਫ਼ ਨੂੰ ਵੇਖਿਆ ਲੱਗਦਾ ਉੱਥੇ ਪਾਣੀ ਹੈ। ਮ੍ਰਿਗ ਨੂੰ ਲੱਗੀ ਤੇ ਪਿਆਸ, ਉਹ ਉੱਥੇ ਪਾਣੀ ਸਮਝ ਕੇ ਭੱਜਿਆ ਜਾਂਦਾ। ਜਦੋਂ ਉੱਥੇ ਜਾਂਦਾ ਉੱਥੇ ਕੋਈ ਪਾਣੀ ਨਹੀਂ, ਜਦੋਂ ਅੱਗੇ ਵੇਖਦਾ ਉਹਨੂੰ ਉੱਥੇ ਪਾਣੀ ਹੈ। ਮੈਂ ਲੁਧਿਆਣੇ ਤੋਂ ਇੱਕ ਵਾਰੀ ਰਾਏਕੋਟ ਨੂੰ ਜਾ ਰਿਹਾ, ਹੁਣ ਸੜਕ ਕਾਲੀ ਦੀ ਲੁੱਕ ਪਈ ਹੁੰਦੀ ਹੈ, ਸਿਖਰ ਦੁਪਹਿਰ ਹੈ, ਸਿਖਰ ਦੁਪਹਿਰ ਹੈ, ਅਤੇ ਬੱਸ ਤੋਂ ਸੜਕ ਤੋਂ ਅੱਧਾ ਕਿਲੋਮੀਟਰ ਦੂਰ ਐਂ ਲੱਗ ਰਿਹਾ ਜਿਵੇਂ ਸੜਕ 'ਤੇ ਪਾਣੀ ਖੜ੍ਹਾ। ਮੈਂ ਖਿੜਕੀ 'ਚ ਬਾਹਰ ਵੇਖਿਆ, ਬਾਹਰ ਦੇ ਧੁੱਪ ਨਿਕਲੀ, ਮੈਂ ਓਹੋ ਇਹ ਮ੍ਰਿਗ ਤ੍ਰਿਸ਼ਨਾ ਹੈ। ਜਦੋਂ ਬੱਸ ਉੱਥੇ ਪਹੁੰਚੀ, ਕੋਈ ਵੀ ਉੱਥੇ ਪਾਣੀ ਨਹੀਂ, ਫਿਰ ਅੱਗੇ ਲੱਗੇ ਉਹ ਪਾਣੀ ਹੈ। ਮੇਘ ਨੂੰ ਵੀ ਐਂ ਲੱਗਦਾ ਹੈ, ਪਾਣੀ ਹੈ ਨਹੀਂ ਪਰ ਲੱਗ ਰਿਹਾ। ਇਹਨੂੰ ਭਰਮ ਕਹਿੰਦੇ ਨੇ, ਇਸ ਨੂੰ ਕਹਿੰਦੇ ਨੇ ਭਰਮ। ਦੂਜੀ ਉਦਾਹਰਣ ਗੁਰਬਾਣੀ 'ਚ ਦਿੱਤੀ ਹੈ ਭਰਮ ਦੇ, ਕਿ ਮੂੰਹ ਹਨੇਰਾ ਹੈ, ਅਜੇ ਪੂਰਾ ਚਾਨਣ ਨਹੀਂ ਹੋਇਆ। ਇੱਕ ਬੰਦਾ ਬਾਹਰ ਨਿਕਲਿਆ, ਵਿਹੜੇ 'ਚ ਪਈ ਤੇ ਰੱਸੀ ਹੈ ਕੁਦਰਤੀ, ਉਹਨੂੰ ਐਂ ਲੱਗਾ ਸੱਪ ਹੈ, ਉਹ ਡਰ ਗਿਆ ਹੈ, ਉਹ ਸੋਟੀ ਸਾਟੀ ਲੱਭ ਰਿਹਾ ਮਾਰਨ ਨੂੰ। ਇਹਨੇ ਚਿਰ ਨੂੰ ਦਿਨ ਚੜ੍ਹ ਗਿਆ, ਕੀ ਦੇਖਦਾ, ਓਹੋ ਇਹ ਤਾਂ ਰੱਸੀ ਹੈ। ਜਿੰਨਾ ਚਿਰ ਭਰਮ ਸੀ ਉਨਾ ਚਿਰ ਡਰ ਸੀ, ਜਦੋਂ ਭਰਮ ਖਤਮ ਹੋ ਗਿਆ ਡਰ ਖਤਮ ਹੋ ਗਿਆ। ਅਸੀਂ ਡਰਦੇ ਹਾਂ ਕਿਉਂਕਿ ਅਸੀਂ ਭਰਮ 'ਚ ਹਾਂ। ਬ੍ਰਹਮ ਗਿਆਨੀ ਦਾ ਭਰਮ ਖਤਮ ਹੋ ਗਿਆ ਹੁੰਦਾ, ਇਸ ਲਈ ਬ੍ਰਹਮ ਗਿਆਨੀ ਡਰਦਾ ਨਹੀਂ ਹੈ। ਜਿੰਨਾ ਚਿਰ ਭਰਮ ਹੈ ਉਨਾ ਚਿਰ ਡਰ ਹੈ, ਜਿੱਥੇ ਭਰਮ ਨਹੀਂ ਉੱਥੇ ਡਰ ਵੀ ਕੋਈ ਨਹੀਂ। ਜਿੰਨਾ ਚਿਰ ਭਰਮ ਸੀ ਵੀ ਇਹ ਸੱਪ ਹੈ, ਬੰਦਾ ਡਰੀ ਗਿਆ। ਜਦੋਂ ਭਰਮ ਖਤਮ ਹੋ ਗਿਆ ਵੀ ਉਹ ਸੱਪ ਨਹੀਂ ਤਾਂ ਰੱਸੀ ਹੈ, ਡਰ ਨੂੰ ਹਟ ਗਿਆ। ਇਸ ਤਰ੍ਹਾਂ ਇਹ ਬੰਦਾ ਜਿਹੜਾ ਹੈ, ਇਹ ਅਗਿਆਨੀ ਹੋਣ ਕਰਕੇ ਭਰਮ 'ਚ ਪੈ ਕੇ ਭੁੱਲ ਗਿਆ ਹੈ ਪਰਮਾਤਮਾ ਨੂੰ, ਅਤੇ 10 ਦਿਸ਼ਾਵਾਂ 'ਚ ਭਟਕਦਾ ਫਿਰਦਾ ਹੈ। ਨਿਮਖ ਮਾਹੇ 4 ਕੁੰਟ ਫਿਰ ਆਵੇ। 1 ਸੈਕਿੰਡ 'ਚ ਇਹ ਬੰਦੇ ਦਾ ਮਨ ਚਾਰੇ ਦਿਸ਼ਾਵਾਂ 'ਚ ਘੁੰਮ ਆਉਂਦਾ। 4 ਕੁੰਟ ਚਾਰੇ ਦਿਸ਼ਾਵਾਂ। ਸਾਡਾ ਮਨ, ਕਿਸੇ ਨੇ ਪੁੱਛਿਆ ਵੀ ਸੰਸਾਰ 'ਚ ਸਭ ਤੋਂ ਤੇਜ਼ ਸਪੀਡ ਕਿਸ ਚੀਜ਼ ਦੀ ਹੈ? ਕਿਸੇ ਨੇ ਕੋਈ ਦੱਸਿਆ, ਕਿਸੇ ਨੇ ਕੋਈ ਦੱਸਿਆ। ਸਭ ਤੋਂ ਤੇਜ਼ ਸਪੀਡ ਹੈ ਮਨ ਦੀ। ਇਹ ਤਾਂ 1 ਸੈਕਿੰਡ 'ਚ ਅਮਰੀਕਾ ਪਹੁੰਚ ਜਾਂਦਾ। ਰਾਕਟ ਵੀ 1 ਸੈਕਿੰਡ 'ਚ ਅਮਰੀਕਾ ਨਹੀਂ ਪਹੁੰਚਦਾ। ਮਨ ਹੈ, ਇਹ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਅਮਰੀਕਾ ਬੈਠਾ, 1 ਸੈਕਿੰਡ 'ਚ ਉਹਦੇ ਕੋਲ ਪਹੁੰਚ ਜਾਏਗਾ ਉੱਥੇ। ਇਹ 1 ਨਿਮਖ 1 ਸੈਕਿੰਡ ਦੇ ਚਾਰੇ ਦਿਸ਼ਾਵਾਂ 'ਚ ਘੁੰਮਾਉਂਦਾ। ਕਹਿੰਦੇ ਕਰ ਕਿਰਪਾ ਜਿਸ ਆਪਣੀ ਭਗਤ ਦੇ। ਭਗਤ ਬਣੇ ਭਗਤੀ ਤਾਂ ਤੇਰੇ ਸਹਿਰੀ ਲੱਗਾ ਹੈ। ਸਪੈਲਿੰਗ ਹਿੰਦੀ ਵੱਲ ਪਾਇਆ, ਹਿੰਦੀ ਕਹਿੰਦੇ ਭਗਤੀ, ਅੱਧਾ ਕੱਕਾ ਪਾਉਂਦੇ ਨੇ, ਪੰਜਾਬੀ ਕਹਿੰਦੇ ਭਗਤੀ, ਅਤੇ ਗੁਰਬਾਣੀ ਸਰ ਤੇ ਫਿਰ ਬਣਾਇਆ ਭਗਤ। ਕਰ ਕਿਰਪਾ ਜਿਸ ਆਪਣੀ ਭਗਤ ਦੇ। ਪਰਮਾਤਮਾ ਕਿਰਪਾ ਕਰਕੇ ਜਿਸ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਨਾ। ਭਗਤੀ ਕੌਣ ਕਰਦਾ? ਜਿਹਨੂੰ ਪਰਮਾਤਮਾ ਭਗਤੀ ਦੀ ਦਾਤ ਦਿੰਦਾ ਹੈ। ਆਪਾਂ ਕਹਿੰਦੇ ਉਹ ਭਗਤੀ ਕਰਿਆ ਕਰੋ ਏ, ਨਾਮ ਜਪਿਆ ਕਰੋ ਏ, ਅੰਮ੍ਰਿਤ ਵੇਲੇ ਉੱਠਿਆ ਕਰੋ ਏ, ਉਹ ਮੰਨਦੇ ਹੀ ਨਹੀਂ ਹੈਗੇ। ਉਹਨਾਂ ਨੇ ਦਾਤ ਹੀ ਨਹੀਂ ਦਿੱਤੀ। ਅੰਮ੍ਰਿਤ ਵੇਲੇ ਜਿਹੜੇ ਉੱਠਦੇ ਨੇ, ਪਰਮਾਤਮਾ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਦਿੱਤੀ ਹੁੰਦੀ ਹੈ, ਉਹ ਤਾਂ ਉੱਠਦੇ ਨੇ। ਕੋਈ 4 ਵਜੇ ਉੱਠ ਰਿਹਾ, ਕੋਈ 3:30 ਉੱਠ ਰਿਹਾ, ਕੋਈ 3 ਵਜੇ ਉੱਠ ਰਿਹਾ, ਕੋਈ 2 ਵਜੇ ਉੱਠ ਰਿਹਾ। ਉਹ ਦਾਤ ਦਿੱਤੀ ਹੁੰਦੀ ਹੈ। ਅਤੇ ਜਿਨ੍ਹਾਂ ਨੂੰ ਪਰਮਾਤਮਾ ਅੰਮ੍ਰਿਤ ਵੇਲੇ ਦੀ ਦਾਤ, ਉਹ ਸੁਸਤ ਨਹੀਂ ਹੁੰਦੇ, ਉਹ ਫਿਰ ਉਸ ਵੇਲੇ ਉੱਠ ਪੈਂਦੇ, ਕਿਉਂਕਿ ਉਹਨਾਂ ਨੂੰ ਦਾਤ ਮਿਲੀ ਹੋਈ ਹੈ। ਜਿਨ੍ਹਾਂ ਨੂੰ ਦਾਤ ਨਹੀਂ ਮਿਲੀ, ਜੋ ਅਲਾਰਮ ਲਾ ਵੀ ਲੈਣ ਤਾਂ ਕਹਿਣਗੇ ਅਲਾਰਮ ਬੰਦ ਕਰ ਦੇਣਗੇ। ਕਹਿੰਦੇ ਬਸ 2 ਮਿੰਟ ਹੋਰ ਆਰਾਮ, ਪਹਿਲਾਂ ਬਸ ਉਹਦੀ ਪਤਲਾ ਦੇ 2 ਮਿੰਟ ਕਿੱਥੇ, ਪਤਾ ਹੀ ਘੰਟਾ 1.5 ਲੱਖ ਦੇ ਵਿੱਚ ਪਿਆ ਹੋਇਆ, ਕਿ ਦਾਤ ਨਹੀਂ ਨਾ ਮਿਲੀ। ਸੁਣ ਸੁਣਾ ਕੇ ਵਿਚਾਰੇ ਲੱਗ ਗਏ,
ਸੁਣ ਸੁਣਾ ਕੇ ਲੱਗੇ ਵੀ ਆਪਾਂ ਵੀ ਅਲਾਰਮ ਲਾ ਕੇ ਉਠਾਂਗੇ। ਅਲਾਰਮ ਵੱਜਦਾ ਵੀ ਹੈ, ਆਪ ਹੀ ਬੰਦ ਕਰਕੇ ਇਹਨੂੰ ਬਸ 2 ਮਿੰਟ ਮੈਂ ਹੋਰ ਸੌਂ ਲਾਂ, ਫਿਰ ਉੱਠਦਾ। ਉਹ 2 ਮਿੰਟ ਕਈ ਵਾਰੀ 2 ਘੰਟਿਆਂ ਦੇ ਬਰਾਬਰ ਹੋ ਜਾਂਦਾ। ਇਹ ਤਾਂ ਦਾਤ ਹੁੰਦੀ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜੈ ਭਾਵੈ ਤੈ ਦੇਈ। ਇਹ ਦਾਤਾਂ ਨੇ ਉਹਦੀਆਂ। ਕਰ ਕਿਰਪਾ ਜਿਸ ਆਪਣੀ ਭਗਤ ਦੇ। ਪਰਮਾਤਮਾ ਕਿਰਪਾ ਕਰੇ ਜਿਸ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਨਾ, ਨਾਨਕ ਤੇ ਜਨ ਨਾਮ ਮਿਲੇ। ਉਹ ਫਿਰ ਵਿਅਕਤੀ ਜਿਹੜੇ ਨੇ, ਉਹ ਜਿਹੜੇ ਜਨ ਨੇ, ਉਹ ਨਾਮ ਦੇ ਰਾਹੀਂ ਫਿਰ ਪਰਮਾਤਮਾ ਨਾਲ ਮਿਲ ਜਾਂਦੇ ਹਨ। ਕਿ ਉਹ ਨਾਮ ਜਪਦੇ ਨੇ, ਅਤੇ ਨਾਮ ਜਿਹੜਾ ਹੈ ਇਹ ਸਾਧਨ ਹੈ। ਦੇਖੋ, ਇੱਕ ਪਰਮਾਤਮਾ ਹੈ, ਇੱਕ ਜੀਵ ਹੈ। ਇਹਨੂੰ ਪਰਮਾਤਮਾ ਨੇ ਨਾਮ ਨਾਲ ਜੋੜਿਆ ਹੋਇਆ। ਇਹ ਨਾਮ ਨਾਲ ਜੁੜਿਆ ਹੋਇਆ ਕਿ ਜੇ ਤੂੰ ਮੇਰੇ ਨਾਲ ਮਿਲਣਾ ਹੈ, ਬਿਲਕੁਲ ਨਹੀਂ ਪਰਮਾਤਮਾ ਟੁੱਟ ਫੁੱਟ ਕੀਤੀ ਵੀ ਬਿਲਕੁਲ ਦੋਨੋਂ ਅੱਡ ਅੱਡ ਹੋ ਗਏ ਨਾ। ਵਿੱਚ ਨਾਮ ਰੱਖਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਦੋਈ ਕੁਦਰਤ ਸਾਜੀਏ, ਕਰ ਆਸਣ ਡਿਠਾ ਬੈਠੋ ਚਾਓ। ਪਰਮਾਤਮਾ ਨੇ ਪਹਿਲਾਂ ਆਪਣੇ ਆਪ ਨੂੰ ਬਣਾਇਆ, ਫਿਰ ਆਪਣੇ ਨਾਮ ਨੂੰ ਬਣਾਇਆ, ਫਿਰ ਸਾਰੀ ਕੁਦਰਤ ਬਣਾਈ, ਅਤੇ ਨਾਮ ਦੇ ਨਾਲ ਇਸ ਕੁਦਰਤ ਦਾ ਸੰਬੰਧ ਪਰਮਾਤਮਾ ਨਾਲ ਬਣਿਆ ਹੋਇਆ ਹੈ। ਸੋ ਜਿਸ ਨੇ ਵੀ ਪਰਮਾਤਮਾ ਨੂੰ ਮਿਲਣਾ ਹੈ, ਉਹਦਾ ਨਾਮ ਜਪ ਜਪ ਕੇ ਹੀ ਉਸ ਨਾਲ ਮਿਲ ਸਕਦਾ ਹੈ। ਸੋ ਭਾਈ, ਬਾਣੀ ਵੀ ਨਾਮ ਹੀ ਹੈ ਅਤੇ ਗੁਰਮੰਤਰ ਵੀ ਨਾਮ ਹੀ ਹੈ। ਬਾਕੀ ਰੁਚੀ ਆਪਣੀ ਆਪਣੀ ਹੁੰਦੀ। ਜਿਹੜਾ ਪਿਛਲੇ ਜਨਮ 'ਚ ਜ਼ਿਆਦਾ ਬਾਣੀ ਪੜ੍ਹਦਾ ਰਿਹਾ, ਉਹਦੀ ਹੁਣ ਵੀ ਬਾਣੀ 'ਚ ਜ਼ਿਆਦਾ ਰੁਚੀ ਹੋਵੇਗੀ। ਜਿਹੜਾ ਪਿਛਲੇ ਜਨਮ 'ਚ ਨਾਮ ਜ਼ਿਆਦਾ ਜਪਦਾ ਰਿਹਾ, ਉਹਦੀ ਨਾਮ ਜਪਣ 'ਚ ਜ਼ਿਆਦਾ ਰੁਚੀ ਹੋਵੇਗੀ। ਬਾਕੀ ਵੱਡਾ ਛੋਟਾ ਨਹੀਂ ਹੁੰਦਾ ਵੀ ਨਾਮ ਪਤਾ ਨਹੀਂ ਬਾਣੀ ਤੋਂ ਵੱਡਾ ਹੈ, ਨਹੀਂ। ਜਿਹੜਾ ਨਾਮ ਜਪਦਾ ਹੈ, ਬਾਣੀ ਉਹਦੇ ਲਈ ਵੀ ਪੜ੍ਹਨਾ ਜ਼ਰੂਰੀ ਹੈ, ਅਤੇ ਜਿਹੜਾ ਬਾਣੀ ਪੜ੍ਹਦਾ ਉਹਦੇ ਲਈ ਨਾਮ ਜਪਣਾ ਵੀ ਜ਼ਰੂਰੀ ਹੈ। ਕਿਉਂਕਿ ਬਾਣੀ ਤੋਂ ਬਿਨਾਂ ਜਿਹੜਾ ਗਿਆਨ ਹੀ ਨਹੀਂ ਹੁੰਦਾ। ਬਾਣੀ ਤੋਂ ਬਿਨਾਂ ਉਤਸ਼ਾਹ ਨਹੀਂ ਬਣਦਾ ਹੈਗਾ। ਬਾਣੀ ਗਿਆਨ ਦਿੰਦੀ ਹੈ, ਬਾਣੀ ਸਾਨੂੰ ਉਤਸ਼ਾਹ ਦਿੰਦੀ ਹੈ, ਸਾਨੂੰ ਸੋਝੀ ਦਿੰਦੀ ਹੈ। ਵਾਰੀ ਵਾਰੀ ਬਾਣੀ ਕਹਿੰਦੇ ਨਾਮ ਜਪੋ, ਨਾਮ ਜਪੋ, ਨਾਮ ਜਪੋ। ਇਸ ਲਈ ਬੰਦੇ ਨੂੰ ਬੜੀ ਵੱਡੀ ਬਾਣੀ ਤੋਂ ਪ੍ਰੇਰਨਾ ਮਿਲਦੀ ਹੈ, ਜੀਵਨ ਜਾਚ ਮਿਲਦੀ ਹੈ। ਜੀਵਨ ਜਾਚ ਬਾਣੀ ਨੇ ਦੇਣੀ ਹੈ। ਬਾਣੀ ਸਭ ਤੋਂ ਵੱਡੀ ਸਾਨੂੰ ਜੀਵਨ ਜਾਚ ਦਿੰਦੀ ਹੈ। ਇੱਕ ਸੁਚੱਜੇ ਹੁੰਦੇ ਨੇ ਜਿਹਨਾਂ ਦਾ ਜੀਵਨ ਬਾਣੀ ਨੇ ਸਾਰਾ, ਉਹਨੂੰ ਕਹਿੰਦੇ ਸੁਚੱਜਾ, ਅਤੇ ਜਿਹੜਾ ਆਪਣੀ ਮਰਜ਼ੀ ਕਰਦੇ ਉਹਨੂੰ ਕਹਿੰਦੇ ਕੁਚੱਜਾ। ਬਾਣੀ ਜੀਵਨ ਨੂੰ ਸੁਚੱਜਾ ਬਣਾਉਂਦੀ ਹੈ। ਬੰਦਾ ਕਿੰਨਾ ਵੀ ਕੁਚੱਜਾ ਕਿਉਂ ਨਾ ਹੋਵੇ, ਉਹ ਬਾਣੀ ਨਾਲ ਜਦੋਂ ਜੁੜਦਾ, ਹੌਲੀ ਹੌਲੀ ਉਹ ਸੁਚੱਜਾ ਹੋ ਜਾਂਦਾ। ਅਤੇ ਸੁਚੱਜੇ ਬੰਦੇ ਨੂੰ ਪਰਮਾਤਮਾ ਮਿਲਦਾ, ਕੁਚੱਜਿਆਂ ਨੂੰ ਨਹੀਂ ਮਿਲਿਆ ਕਰਦਾ। ਬਾਣੀ ਸਾਨੂੰ ਸੁਚੱਜਿਆਂ ਬਣਾਉਂਦੀ ਹੈ। ਬਾਣੀ ਫਿਰ ਜਿਹੜਾ ਸਾਡੇ ਅੰਦਰ ਪ੍ਰੇਰਨਾ ਪੈਦਾ ਕਰਦੇ, ਭਾਈ ਵੱਧ ਤੋਂ ਵੱਧ ਨਾਮ ਜਪੋ। ਨਾਮ ਜਿਹੜਾ ਪਰਮਾਤਮਾ ਨਾਲ ਮਿਲਣ ਦਾ ਸਾਧਨ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਨਾਨਕ ਤੇ ਜਨ ਨਾਮ ਮਿਲੇ। ਉਹ ਨਾਮ ਦੇ ਰਾਹੀਂ ਹੀ ਪਰਮਾਤਮਾ ਦੇ ਨਾਲ ਫਿਰ ਮਿਲ ਜਾਂਦੇ ਹਨ। ਕਿਹੜੇ? ਕਰ ਕਿਰਪਾ ਜਿਸ ਆਪਣੀ ਭਗਤ ਦੇ। ਕਿਰਪਾ ਕਰਕੇ ਜਿਸ ਨੂੰ ਪਰਮਾਤਮਾ ਆਪਣੀ ਭਗਤੀ ਦੀ ਦਾਤ ਦਿੰਦਾ ਹੈ, ਉਹ ਫਿਰ ਨਾਮ ਜਪਦਾ ਅਤੇ ਨਾਮ ਦੇ ਰਾਹੀਂ ਉਹਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।